ਵਾਹਿਗੁਰੂ ਜੀਓ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਸਾਰੇ ਗੁਰਮੁਖਾਂ ਦੇ ਚਰਨਾਂ 'ਚ ਪ੍ਰਣਾਮ। ਬਾਹਰ ਵੀ ਜੋ ਕੋਈ ਸੰਗਤ ਸੁਣਦੀ ਹੈ ਗਰੁੱਪ 'ਚੋਂ, ਇਹ ਪਤਾ ਨਹੀਂ ਕਿੰਨਾ ਚਿਰ ਸੁਣੀਆਂ ਜਾਣੀਆਂ, ਬੰਦੇ ਨੇ ਲੰਘ ਜਾਣਾ, ਬੋਲ ਤਾਂ ਰਹਿ ਜਾਂਦੇ। ਔਰ ਅੱਜ ਕੱਲ੍ਹ ਤਾਂ ਰਿਕਾਰਡਡ ਹੁੰਦੇ। ਸਾਰਿਆਂ ਦੇ ਚਰਨਾਂ 'ਚ ਪ੍ਰਣਾਮ। ਅਗਲੀ ਪੌੜੀ ਦੀ ਵਿਚਾਰ ਤੁਛ ਬੁੱਧੀ ਰਾਹੀਂ ਹਾਜ਼ਰ ਹੈ। ਰਾਤੀ ਰੁੱਤੀ ਥਿਤੀ ਵਾਰ। ਰਾਤ, ਰੁੱਤਾਂ, ਤਿਥੀਆਂ, ਵਾਰ, ਸੋਮਵਾਰ, ਮੰਗਲਵਾਰ ਵਗੈਰਾ। ਪਵਨ ਪਾਣੀ ਅਗਨੀ ਪਾਤਾਲ। ਪਰਮਾਤਮਾ ਦੇ ਰੰਗ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਹਵਾ, ਪਾਣੀ, ਅਗਨੀ, ਪਾਤਾਲ ਸਭ ਕੁਛ ਹੈ। ਰੁੱਤਾਂ ਵੀ, ਵਾਰ ਵੀ, ਤਿਥੀਆਂ ਵੀ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰਾ ਕੁਛ ਧਰਤੀ ਧਰਮਸਾਲ ਦੇ ਰੂਪ 'ਚ ਥਾਪ ਕੇ ਰੱਖ ਦਿੱਤੀ ਹੈ, ਧਰਮ ਕਮਾਉਣ ਦੇ ਖਾਤਰ। ਧਰਤੀ ਦੇ ਉੱਤੇ ਤਿਸ ਵਿੱਚ ਜੀ ਜੁਗਤ ਕੇ ਰੰਗ। ਫਿਰ ਉਹਦੇ ਹੁਕਮ ਵਿੱਚ ਹੀ ਇਸ ਧਰਤੀ ਦੇ ਉੱਤੇ ਕਈ ਕਿਸਮਾਂ ਦੇ ਜੀ ਹੈ, ਜੁਗਤਾਂ ਹੈ, ਕਈ ਰੰਗਾਂ ਦੀਆਂ। ਤਿਨਕੇ ਨਾਮ ਅਨੇਕ ਅਨੰਤ। ਸਾਰਿਆਂ ਜੀਆਂ ਦੇ ਨਾਮ ਵੀ ਅਲੱਗ ਅਲੱਗ ਹੈ, ਅਨੰਤ ਹੈ। ਕਰਮੀ ਕਰਮੀ ਹੋਏ ਵਿਚਾਰ। ਪਾਤਸ਼ਾਹ ਫਰਮਾਉਂਦੇ ਹੈ ਵੀ ਹਰ ਇੱਕ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ। ਉਹਦੇ ਖਾਤਰ ਇੱਕ ਜੁਦੀ ਕਚਹਿਰੀ ਧਰਮ ਰਾਏ ਦੇ ਤੌਰ 'ਤੇ ਨਿਯੁਕਤ ਕਰੀ ਹੋਈ ਹੈ ਪਰਮਾਤਮਾ ਨੇ। ਪਰਮਾਤਮਾ ਦਾ ਆਪ ਸੱਚਾ ਦਰਬਾਰ ਹੈ। ਧਰਮ ਰਾਏ ਦੀ ਦਰਗਾਹ ਜਾਂ ਦਰਬਾਰ ਵੀ ਸੱਚਾ ਹੈ, ਕਿਉਂਕਿ ਉੱਥੇ ਵਿਚਾਰ ਸੱਚ ਦੀ ਹੁੰਦੀ ਹੈ, ਰਿਸ਼ਵਤ ਚੱਲਦੀ ਕੋਈ ਨਹੀਂ। ਉਹਦੇ ਹੁਕਮ ਵਿੱਚ ਹੈ ਉਹ ਵੀ। ਇਹ ਦੋ ਕਚਹਿਰੀਆਂ ਜਾਂ ਦੋ ਦੀਵਾਨ, ਦੋ ਦਰਬਾਰ, ਦੋ ਦਰਗਾਹਾਂ ਸਮਝ ਲਓ। ਇੱਥੇ ਕਰਮਾਂ ਦੀ ਵਿਚਾਰ ਹੁੰਦੀ ਹੈ ਧਰਮਰਾਜ ਦੀ ਕਚਹਿਰੀ 'ਚ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ। ਜੋ ਜੋ ਅਸੀਂ ਕਰਿਆ, ਪਿੱਛੇ ਕਰਦੇ ਆਏ ਹਾਂ, ਉਹਨਾਂ ਦੇ ਮੁਤਾਬਕ ਹੋ ਰਿਹਾ ਸਾਰਾ ਕੁਛ। ਜੇ ਕਿਸੇ ਨੂੰ ਤਰੱਕੀ ਮਿਲਦੀ ਹੈ ਜਾਂ ਸਜ਼ਾ ਲੱਗਦੀ ਹੈ, ਉਹਦੇ ਕਰਮਾਂ ਦੇ ਅਨੁਸਾਰ ਹੁੰਦਾ ਸਾਰਾ ਕੁਛ। ਸੱਚਾ ਆਪ ਸੱਚਾ ਦਰਬਾਰ। ਆਪ ਵੀ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ। ਤਿੱਥੈ ਸੋਹਨ ਪੰਚ ਪਰਵਾਨ। ਉੱਥੇ ਕੌਣ ਸੋਹਣੇ ਹੈ, ਕੌਣ ਸ਼ੋਭਾ ਪਾਉਂਦੇ ਹੈ ਉਸ ਦਰਬਾਰ ਦੇ ਵਿੱਚ? ਜਿਹੜੇ ਪੰਜ ਪ੍ਰਵਾਨ ਹੈ, ਮਤਲਬ ਉਹ ਮਹਾਂਪੁਰਸ਼ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਪ੍ਰਗਟ ਹੋ ਗਿਆ ਉਹਦੀ ਕਿਰਪਾ ਦੇ ਨਾਲ। ਉਹ ਦੂਜੇ ਸ਼ਬਦਾਂ 'ਚ, ਸਾਦੇ ਸ਼ਬਦਾਂ 'ਚ ਕਹਿ ਦਈਏ, ਉਹ ਸੰਤ ਬਣ ਚੁੱਕੇ ਹੈ। ਉਹ ਜਿਹੜੇ ਪੰਜ ਪ੍ਰਵਾਨ, ਪੰਜ ਪ੍ਰਧਾਨ ਹੈ, ਉਹੀ ਉੱਥੇ ਜਾ ਕੇ ਸ਼ੋਭਾ ਪਾਉਂਦੇ। ਸੰਸਾਰੀ ਨਹੀਂ, ਰਾਜੇ ਨਹੀਂ, ਜਿਨ੍ਹਾਂ ਦੇ ਮਗਰ ਉਰੇ ਸਾਰਾ ਸੰਸਾਰ ਫੁੱਲ ਸਿੱਟਦਾ ਹੋਵੇ, ਉਹ ਨਹੀਂ। ਜਿਹੜੇ ਨਾਮ ਨੂੰ ਪਰਨਾ ਹੋਵੇ, ਜਿਨ੍ਹਾਂ ਦੇ ਅੰਦਰ ਤੂੰ ਪ੍ਰਗਟ ਹੋ ਗਿਆ, ਉਹ ਪੰਜ। ਨਦਰੀ ਕਰਮ ਪਵੈ ਨਿਸ਼ਾਨ। ਗੁਰੂ ਦੀ ਹੋ ਜੇ ਨਦਰ, ਤੇ ਪਰਮਾਤਮਾ ਦੇ ਕਰਮ ਦੇ ਵਿੱਚ ਸਾਨੂੰ ਗੁਰੂ ਮਿਲ ਜੇ। ਇਕੱਠੇ ਹੈ ਸ਼ਬਦ ਦੋਨੋਂ। ਕਰਮ ਪਰਮਾਤਮਾ ਦਾ, ਬਖਸ਼ਿਸ਼ ਪਰਮਾਤਮਾ ਦੀ, ਸਾਨੂੰ ਗੁਰੂ ਮਿਲ ਜੇ। ਗੁਰੂ ਮਿਲਿਆ ਹੋਇਆ ਹੋਰ ਚੀਜ਼ ਹੈ, ਗੁਰੂ ਨੂੰ ਕੋਲ ਜਾਣਾ ਜਾਂ ਗੁਰੂ ਮੰਨ ਲੈਣਾ ਉਹ ਹੋਰ ਚੀਜ਼ ਹੈ। ਦੋਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰੂ ਕੋਲ ਜਾਣਾ ਅੱਛਾ ਕਰਮ ਹੈ, ਨੇਕ ਕਰਮ ਹੈ, ਕਿਉਂਕਿ ਉਸ ਤੋਂ ਹੀ ਅੱਗੇ ਚੱਲ ਹੋਣਾ। ਪਰ ਉਹ ਜਿਹਨੇ ਗੁਰੂ ਨੂੰ ਪਾ ਲਿਆ, ਦੋਹਾਂ ਦੇ ਵਿਚਾਲੇ ਧਰਤੀ ਔਰ ਅਸਮਾਨ ਜਿੰਨਾ ਅੰਤਰ ਹੈ। ਗੁਰੂ ਦਾ ਪਾਉਣਾ ਬਹੁਤ ਮੁਸ਼ਕਿਲ ਤੇ ਹੈ, ਦੁਰਲੱਭ ਹੈ। ਬਿਨਾਂ ਨਦਰ ਕਰਮ ਤੋਂ, ਪਰਮਾਤਮਾ ਦੇ ਤੋਂ ਗੁਰੂ ਨਹੀਂ ਮਿਲਦਾ ਕਿਸੇ ਨੂੰ। ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਤੋ ਕਰਮ ਪਰਮਾਤਮਾ ਦਾ, ਨਦਰ ਗੁਰੂ ਦੀ ਜੇ ਹੋ ਜੇ, ਇਹਦੇ ਨਾਲ ਸਾਡੇ ਮੱਥੇ ਦੇ ਉੱਤੇ ਨਿਸ਼ਾਨ ਪੈਂਦਾ ਹੈ।
ਮਤਲਬ ਲਿਖਤ ਬਣਦੀ ਹੈ ਸਾਡੀ। ਕੱਚ ਪਕਾਈ ਉੱਥੇ ਪਾਏ, ਉੱਥੇ ਪਤਾ ਲੱਗਦਾ ਜਾ ਕੇ ਵੀ ਕੱਚਾ ਕੌਣ ਹੈ ਤੇ ਪੱਕਾ ਕੌਣ ਹੈ। ਇੱਥੇ ਸਾਰੇ ਹੀ ਸਵਾ ਸ਼ੇਰ ਹੈ ਆਪਣੇ ਆਪ 'ਚ। ਸਵਾ ਸ਼ੇਰ ਕਿਆ, ਸਵਾ ਮਣ ਦੇ ਵੀ ਹੋਣਗੇ ਬਣੇ ਹੋਏ, ਪਰ ਇਹ ਉੱਥੇ ਜਾ ਕੇ ਪਤਾ ਲੱਗਣਾ ਵੀ ਕੌਣ ਕੱਚਾ ਹੈ ਕੌਣ ਪੱਕਾ ਹੈ। ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਇੱਥੇ ਬਥੇਰੀਆਂ ਛਾਲਾਂ ਮਾਰਦਾ ਬੰਦਾ, ਪਰ ਅਸਲ ਵਿੱਚ ਤਾਂ ਨਾਨਕ ਗਿਆ ਜਾਪੇ ਜਾਏ। ਜਦ ਉੱਥੇ ਜਾਣਾ ਹੈ, ਜਦ ਪਤਾ ਲੱਗਣਾ ਹੈ ਬਈ ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਦ ਬੱਟਾ ਪੈਣਾ ਨਾ ਦਰਗਾਹ ਦੇ ਵਿੱਚ ਇੱਜ਼ਤ ਵਾਲਾ, ਨਾਮ ਵਾਲਾ, ਉੱਥੇ ਫਿਰ ਤਖਰੀ ਦੇ ਪੱਲੇ ਨੇ ਉੱਪਰੇ ਚੜ੍ਹ ਜਾਣਾ, ਹੇਠ ਨਹੀਂ ਆਉਣਾ ਹੈ। ਫਿਰ ਪਤਾ ਲੱਗਣਾ ਵੀ ਓਹੋ ਮੈਂ ਤਾਂ ਸਾਰੀ ਜ਼ਿੰਦਗੀ ਵਿਅਰਥ ਗਵਾ ਕੇ ਹੀ ਚੱਲਿਆ ਆ। ਜਿਹੜਾ ਇਹਦੇ ਪੱਲੇ ਨਾਮ ਹੋਊਗਾ ਉਹਦਾ ਪੱਲੜਾ ਨੀਵਾਂ ਰਹੂਗਾ। ਇਹ ਗੁਰਬਾਣੀ ਦਾ ਥੋਟ ਹੈ, ਸਾਰੀ ਰੂਹਾਨੀਅਤ ਦਾ ਥੋਟ ਹੈ, ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਨਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਥੋਟ ਹੈ ਵੀ ਨਾਮ ਨਾਲ ਵਡਿਆਈ ਹੈ, ਨਾ ਕਿ ਕਿਸੇ ਹੋਰ ਚੀਜ਼ ਨਾਲ। ਕਿਸੇ ਕਰਮ ਵਿਸ਼ੇਸ਼ ਨਾਲ ਕੋਈ ਵਡਿਆਈ ਨਹੀਂ। ਕੋਈ ਕਿੰਨਾ ਹੀ ਦਾਨ ਕਰਕੇ ਗਿਆ ਹੋਵੇ, ਹਰੀ ਚੰਦ ਵਾਂਗ, ਹਰੀ ਚੰਦ ਦਾਨ ਕਰੇ ਜਸ ਲੇਵੇ, ਬਿਨ ਗੁਰ ਅੰਤ ਨਾ ਪਾਏ ਅਭੇਵੇ। ਸਾਰਾ ਰਾਜ ਭਾਗ ਵੀ ਵੇਚਤਾ, ਆਪਣਾ ਆਪ ਵੀ ਵੇਚਤਾ, ਮੜੀਆਂ 'ਚ ਨੌਕਰੀ ਵੀ ਕਰ ਲਈ, ਲੇਕਿਨ ਪ੍ਰਾਪਤੀ ਕੁਛ ਵੀ ਨਹੀਂ। ਪ੍ਰਾਪਤੀ ਹੋਣੀ ਸੀ ਨਾਮ ਨਾਲ, ਉਹ ਉਹਨੇ ਕਰਿਆ ਕੋਈ ਨਹੀਂ। ਕਰਮ ਵਿਸ਼ੇਸ਼ ਕਰਿਆ ਉਹਨੇ, ਦਾਨ ਵਾਲਾ, ਜਿਹੜੇ ਨੂੰ ਪੰਡਿਤ ਲਗਾਉਂਦਾ। ਪਤਾ ਨਹੀਂ ਕਿੰਨੇ ਕਿਸਮ ਦੇ ਦਾਨ ਹੈ, ਇਸਤਰੀ ਦਾਨ, ਭੂਮੀ ਦਾਨ, ਛਾਇਆ ਪਾਤਰ ਦਾਨ, ਗੁਪਤ ਦਾਨ, ਗਊਆਂ ਦਾ ਦਾਨ, ਘੋੜਿਆਂ ਦਾ ਦਾਨ, ਗੁਪਤ ਦਾਨ, ਪਤਾ ਹੀ ਨਹੀਂ ਕਿੰਨੇ ਦਾਨ ਬਣਾਤੇ। ਇਹ ਦਾਨਾਂ ਦੇ ਨਾਲ ਫਿਰ ਮਹਾਤਮ ਵੀ ਜੋੜਿਆ ਹੋਇਆ ਹੈ। ਨਹੀਂ ਭਾਈ, ਗੁਰਬਾਣੀ ਦਾ ਅਸੂਲ ਹੋਰ ਹੈ। ਇੱਥੇ ਤਾਂ ਨਾਮ ਦੇ ਨਾਲ ਵਡਿਆਈ ਮਿਲਣੀ ਹੈ, ਕਿਸੇ ਦਾਨ ਪੁੰਨ ਨਾਲ, ਕਿਸੇ ਤੀਰਥ ਨਾਲ, ਜਾਂ ਕਿਸੇ ਹੋਰ ਕਰਮ ਵਿਸ਼ੇਸ਼ ਨਾਲ ਨਹੀਂ ਵਡਿਆਈ ਹੋਣੀ। ਅਨਫੋਰਚੂਨੇਟਲੀ ਸਾਡੇ ਸਿੱਖ ਜਗਤ ਵਿੱਚ ਵੀ ਕੁਛ ਐਸਾ ਹੀ ਬਣਦਾ ਜਾ ਰਿਹਾ। ਜਗ੍ਹਾ ਜਗ੍ਹਾ ਅਖੰਡ ਪਾਠ ਸਾਹਿਬ ਹੁੰਦੇ ਆ, ਹੋਰ ਪਾਠ ਹੁੰਦੇ ਆ। ਅੱਜ ਕੱਲ੍ਹ ਸੁਖਮਨੀ ਸਾਹਿਬ ਦੀ ਵੀ ਰਵਾਇਤ ਚੱਲ ਪਈ। ਉਹ ਸਿਰਫ ਇੱਕ ਰਵਾਇਤ ਦੇ ਤੌਰ 'ਤੇ ਹੋ ਰਿਹਾ। ਗੁਰੂ ਸਾਹਿਬ ਦੇ ਘਰ ਚਰਨ ਪਾਉਣੇ, ਫਿਰ ਸੇਵਾ ਕਰਨੀ, ਸੁਣਨਾ ਕੁਛ ਨਾ ਕੁਛ ਵਿੱਚੋਂ, ਫਿਰ ਬਹੁਤ ਅੱਛੀ ਗੱਲ ਹੈ। ਜੇ ਰਸਮ ਕਰੀ ਗਈ ਹੈ, ਆਪ ਉੱਥੇ ਹੈ ਵੀ ਨਹੀਂ ਕੋਈ, ਬਾਠੀ ਪੜ੍ਹ ਰਿਹਾ, ਆਹੀ ਕੁਛ ਹੋ ਰਿਹਾ। ਔਰ ਇਹ ਵੀ ਦੇਖਿਆ, ਦੱਸ ਰਹੇ ਨੇ, ਵਿਆਹਾਂ ਦੇ ਵਿੱਚ ਹੇਠਾਂ ਪਾਠ ਹੋ ਰਿਹਾ, ਉੱਪਰ ਚੁਬਾਰੇ ਦੇ ਵਿੱਚ ਬੈਠੇ ਦੂਜੀ ਪੀ ਰਹੇ ਹੈ, ਗਲਾਸੀ ਜਿਹਨੂੰ ਕਹਿੰਦੇ। ਕਿਉਂਕਿ ਇਹ ਇੱਕ ਰਸਮ ਬਣਾ ਲਈ ਹੈ, ਜਿਵੇਂ ਪੰਡਿਤ ਨੇ ਬਣਾਈਆਂ ਸੀ, ਅਸੀਂ ਹੁਣ ਸਿੱਖ ਜਗਤ ਵਿੱਚ ਵੀ ਇਹੀ ਕੁਛ ਹੁੰਦਾ ਜਾ ਰਿਹਾ। ਪਰ ਚਲੋ ਜਿਹਨੇ ਕਰਨਾ ਕਰੀ ਜਾਣ, ਜਿਹੜਿਆਂ ਨੂੰ ਗਿਆਨ ਹੈ ਉਹ ਤਾਂ ਨਹੀਂ ਕਰਦੇ। ਉਹ ਭਾਈ ਸੱਚੀ ਦਰਗਾਹ ਦੇ ਵਿੱਚ ਕਰਮਾਂ ਦੇ ਨਾਲ ਵਿਚਾਰ ਹੋਣੀ ਹੈ, ਜੋ ਕੁਛ ਅਸੀਂ ਉਰੇ ਕਰਦੇ ਹਾਂ। ਕਿਉਂਕਿ ਸਾਨੂੰ ਜੇ ਸੋਚ ਸੱਚੀ ਹੋਊਗੀ ਤਾਂ ਹੀ ਪਤਾ ਲੱਗੂਗਾ ਬਈ ਕਰਮ ਵਿਸ਼ੇਸ਼ ਦੀ ਕੋਈ ਕੀਮਤ ਨਹੀਂ, ਨਾਮ ਜਪਣ ਦੀ ਕੀਮਤ ਹੈ। ਜੇ ਪਤਾ ਹੀ ਨਹੀਂ ਹੋਊਗਾ, ਫਿਰ ਅਸੀਂ ਕਰਮਾਂ ਵੱਲ ਹੀ ਲੱਗਣਾ। ਕੁੰਭ ਦੇ ਮੇਲੇ ਤੇ ਕਰੋੜਾਂ ਦੀ ਦੁਨੀਆ ਇਕੱਠੀ ਹੁੰਦੀ ਹੈ, ਕਿਆ ਨਿਕਲਦਾ ਉਹਦੇ 'ਚੋਂ? ਉਹਨਾਂ ਦਾ ਵਿਸ਼ਵਾਸ ਹੈ, ਅੰਧ ਵਿਸ਼ਵਾਸ ਹੈ। ਬਲਕਿ ਮੈਨੂੰ ਇੱਕ ਵਾਰ ਵਿਚਾਰ ਕਰਦਿਆਂ ਕਰਦਿਆਂ ਕਿਸੇ ਜੈਂਟਲਮੈਨ ਨੇ ਕਹਿ ਦਿੱਤਾ ਸੀ, ਥਾ ਉਹ ਅੱਧਾ ਕੁ ਸਿੱਖ ਅੱਧਾ ਕੁ ਹਿੰਦੂ, ਵੈਸੇ ਪਗੜੀ ਬੰਨ੍ਹਦਾ ਸੀ, ਵਿਚਾਰ ਜਮਾਂ ਹੀ ਬ੍ਰਾਹਮਣਾਂ ਵਾਲੇ ਸੀ। ਕਹਿੰਦਾ ਜੀ ਗੁਰੂ ਮਹਾਰਾਜ ਵੀ ਤਾਂ ਗਏ ਹੈ ਕੁੰਭ ਦੇ ਮੇਲਿਆਂ ਪਰ ਔਰ ਹਰਿਦੁਆਰ ਵਗੈਰਾ। ਮੈਂ ਕਿਹਾ ਜੀ ਗਏ ਹੈ, ਫਿਰ ਕਿਆ ਹੋ ਗਿਆ? ਕਹਿੰਦਾ ਵੀ ਤੁਸੀਂ ਕਹਿੰਦੇ ਵੀ ਇਹ ਠੀਕ ਨਹੀਂ ਹੈ। ਉਹ ਭਾਈ ਹਰ ਕਰਮ ਦੇ ਪਿੱਛੇ ਭਾਵਨਾ ਹੁੰਦੀ ਹੈ। ਚੌਥੇ ਪਾਤਸ਼ਾਹ ਨੇ ਇਹ ਗੱਲ ਬਾਣੀ ਵਿੱਚ ਹੀ ਦੱਸੀ ਹੈ, ਵੀ ਫਰਮਾਈ ਹੈ ਵੀ ਤੀਜੇ ਪਾਤਸ਼ਾਹ ਕਿਉਂ ਗਏ ਸੀ ਤੀਰਥਾਂ ਪਰ? ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ। ਸਭ ਲੋਕਾਂ ਦੇ ਆਧਾਰ ਖਾਤਰ ਗਏ ਆ ਉੱਥੇ, ਨਾ ਕਿ ਉਹ ਤੀਰਥ ਕਰਨ ਗਏ ਆ ਕਿਸੇ ਦਰਿਆ ਦਾ। ਪਹਿਲੀ ਉਮਰ 'ਚ ਜਾਂਦੇ ਰਹੇ ਆ। ਜਦ ਤੋਂ ਅਸਲੀ ਤੀਰਥ ਦਾ ਪਤਾ ਲੱਗ ਗਿਆ, ਗੁਰੂ ਅੰਗਦ ਦੇਵ ਜੀ ਦੇ ਚਰਨ ਪਰਸ ਲਏ, ਮੁੜ ਕੇ ਉਹ ਤੀਰਥ ਕਰਨ ਨਹੀਂ ਗਏ ਲੋਕ, ਕਿਉਂਕਿ ਉੱਥੇ ਇਕੱਠੇ ਹੋਏ ਵੀ ਉਹਨੇ ਸੌਖਾ ਹੁੰਦਾ ਸਮਝਾਉਣਾ ਆਪਣੀ ਗੱਲ ਨੂੰ। ਉਹ ਲੋਕਾਂ ਦੇ ਉਧਾਰ ਖਾਤਰ ਗਏ। ਤਾਂ ਉਹੀ ਗੱਲ ਭਾਈ ਰਣਜੀਤ ਸਿੰਘ ਜੀ ਦੀ ਫੇਰ ਆ ਗਈ, ਜਿਹਨੂੰ ਆਪਾਂ ਸਮੱਗਰ ਨਾ ਕਹੀਏ। ਗੁਰਬਾਣੀ ਦਾ ਜਿਹੜਾ ਥੋਟ ਹੈ
ਉਹਨੂੰ ਕਿਆ ਕਹੂੰਗੇ? ਉਹਨੂੰ ਤਾਂ ਕਹੂੰਗਾ ਹੀ ਨਾ ਵੀ ਜਿਹਦੇ ਅੰਦਰ ਉਹ ਗੱਲ ਆਈ ਹੋਈ ਹੈ ਵੀ ਗੁਰਬਾਣੀ ਦਾ ਅਸਲ ਸਿਧਾਂਤ ਕਿਆ ਹੈ, ਜਿਹਨੂੰ ਆਪਾਂ ਓਵਰਆਲ ਕਹਿ ਸਕਦੇ ਹਾਂ। ਬਈ ਉਹਨੇ ਇੱਕ ਤੋਂ ਕਿਤੋਂ ਪੜ੍ਹੀ ਹੋਣੀ ਹੈ ਜਾਂ ਹਿਸਟਰੀ ਦੇਖ ਲਈ ਹੋਣੀ ਹੈ ਵੀ ਗੁਰੂ ਅਮਰਦਾਸ ਜੀ ਵੀ ਤੀਰਥ ਕਰਦੇ ਰਹੇ ਹੈ। ਹੁਣ ਆ ਸਮੱਗਰਤਾ ਵਿੱਚੋਂ ਹੀ ਗੱਲ ਨਿਕਲਣੀ ਹੈ, ਫਿਰ ਸ਼ਬਦ ਫਿਰ ਵਰਤ ਹੋ ਜਾਂਦਾ, ਇਹਦਾ ਕੋਈ ਕੋਰਸਪੋਂਡਿੰਗ ਸ਼ਬਦ ਮਿਲ ਨਹੀਂ ਰਿਹਾ। ਖੋਜ ਤਾਂ ਕਰੀ ਹੈ ਪਰ ਅਜੇ ਤਾਈਂ ਕੋਈ ਮਿਲ ਨਹੀਂ ਰਿਹਾ। ਤੋ ਸਿਧਾਂਤਕ ਗੱਲ ਕਹਿ ਲਓ ਵੀ ਜਿਹਨੂੰ ਸਿਧਾਂਤ ਦਾ ਪਤਾ ਉਹਦੀ ਅੱਖਰੀ ਅਰਥ ਤਾਂ ਹੋਰ ਹੈ, ਜੋ ਭਾਈ ਦਲਜੀਤ ਸਿੰਘ ਕਹਿੰਦੇ ਅੱਖਰੀ ਅਰਥ ਤਾਂ ਉਹੀ ਹੈ ਸਮੱਗਰ ਦਾ, ਪਰ ਇੱਕ ਅੱਖਰ ਦਾ ਇੱਕ ਅਰਥ ਨਹੀਂ ਹੁੰਦਾ, ਪ੍ਰਸੰਗ ਅਨੁਸਾਰ ਉਹਦਾ ਬਦਲ ਜਾਂਦਾ। ਜਿਵੇਂ ਸੱਚ ਦੀ ਔਰ ਸੰਤ ਸ਼ਬਦ ਦੀ ਵਿਚਾਰ ਕਰੀ ਸੀ ਕੱਲ੍ਹ, ਉਹ ਭਾਵਨਾ ਦੇਖਣੀ ਚਾਹੀਦੀ ਹੈ ਵੀ ਕਿਹੜੇ ਲਹਿਜੇ 'ਚ ਕਿਸ ਕੰਟੈਕਸਟ ਵਿੱਚ ਗੱਲ ਕਹੀ ਜਾ ਰਹੀ ਹੈ। ਸਮੱਗਰ ਦਾ ਲਿਟਰਲ ਮੀਨਿੰਗ ਉਹੀ ਹੈ ਜੋ ਉਹ ਕਹਿੰਦੇ ਆ, ਤੇ ਜਿਹੜੀ ਬਾਕੀ ਗੁਰਮੁਖਾਂ ਨੇ ਸਮੱਗਰਤਾ ਦੀ ਗੱਲ ਕਰੀ ਹੈ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਹੈ। ਹੁਣ ਕੋਈ ਸ਼ਬਦ ਹੋਰ ਮਿਲੇਗਾ ਤਾਂ ਪਤਾ ਨਹੀਂ, ਉਹੋ ਜਿਹਾ ਮਿਲ ਨਹੀਂ ਰਿਹਾ ਕੋਈ। ਚਲੋ ਗੱਲ ਤਾਂ ਆਪਾਂ ਕਨਵੇ ਕਰਨ ਦੀ ਹੈ, ਉਹ ਕਨਵੇ ਇਹੀ ਹੈ ਬਈ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਭਾਵਨਾ ਜ਼ਰੂਰ ਹੁੰਦੀ ਹੈ। ਕਰਮ ਕੋਈ ਵੀ ਨਾ ਚੰਗਾ ਨਾ ਮੰਦਾ ਗੁਰਬਾਣੀ ਅਨੁਸਾਰ। ਅਗਰ ਉਹੀ ਕਰਮ ਦੇਖਣ ਨੂੰ ਧਾਰਮਿਕ ਲੱਗਦਾ ਹੈ ਲੇਕਿਨ ਭਾਵਨਾ ਗਲਤ ਹੈ, ਉਹ ਨਹੀਂ ਐਕਸੈਪਟ ਕਰਿਆ ਜਾਂਦਾ ਦਰਬਾਰ 'ਚ। ਕੰਮ ਦੇਖਣ ਨੂੰ ਗਲਤ ਵੀ ਲੱਗਦਾ ਹੋਵੇ ਲੋਕਾਂ ਨੂੰ, ਲੇਕਿਨ ਭਾਵਨਾ ਨੇਕ ਹੋਵੇ, ਜਿਹਨੂੰ ਆਪਾਂ ਨੇਕ ਝੂਠ ਵੀ ਕਹਿ ਦਿੰਦੇ, ਸ਼ੇਖ ਸਾਦੀ ਨੇ ਕਿਹਾ ਸੀ, ਉਹ ਜ਼ਿਆਦਾ ਅੱਛੀ ਗੱਲ ਹੈ। ਉਹ ਪ੍ਰਵਾਨ ਹੋ ਜਾਂਦਾ, ਲੋਕ ਕਰਨ ਨਾ ਕਰਨ ਉਹ ਪ੍ਰਵਾਨ ਹੋ ਜਾਂਦਾ, ਕਿਉਂਕਿ ਭਾਵਨਾ ਨੇਕ ਹੁੰਦੀ ਹੈ। ਸੋ ਨੇਕ ਭਾਵਨਾ ਦੀ ਗੱਲ ਹੈ ਹਰ ਇੱਕ ਐਕਸ਼ਨ ਦੀ। ਐਕਸ਼ਨ ਵਿਸ਼ੇਸ਼ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਜੋ ਮਰਜ਼ੀ ਕਰੀ ਜਾਓ ਨਾ ਕਰੀ ਜਾਓ, ਭਾਵਨਾ ਸਹੀ ਹੋਣੀ ਚਾਹੀਦੀ ਸਾਡੀ। ਚਲੋ ਸਮਾਪਤੀ ਕਰੀਏ। ਕੋਈ ਗਲਤ ਬਿਆਨੀ ਵੀ ਹੋ ਸਕਦੀ ਹੈ, ਆਫਟਰ ਆਲ ਜਦ ਬੋਲਣਾ ਹੁੰਦਾ ਥੋੜ੍ਹਾ ਬਹੁਤਾ ਆਵੇਸ਼ ਵੀ ਹੁੰਦਾ। ਉਹ ਆਪ ਸੰਗਤ ਜੀ ਸਭ ਸਮਝਦਾਰ ਹੁੰਦੀ ਹੈ, ਜਾਣਦੇ ਹੁੰਦੇ, ਇੱਕ ਦੋ ਨੂੰ ਨਹੀਂ ਸਮਝ ਆਊ, ਬਾਕੀ ਸਾਰੇ ਸਮਝ ਜਾਂਦੇ ਹੁੰਦੇ। ਉਹ ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼। ਕੀਤੇ ਬਰਮੇ ਘਾਟਤ ਘੜੀਐ, ਰੂਪ ਰੰਗ ਕੇ ਵੇਸ। ਕੀਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਤੂ ਉਪਦੇਸ਼। ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਮੰਡਲ ਦੇਸ। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ। ਕੀਤੇ ਦੇਵ ਦਾਨਵ ਮੁਨ ਕੀਤੇ, ਕੀਤੇ ਰਤਨ ਸਮੁੰਦ। ਕੀਤੀਆਂ ਖਾਣੀ ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ। ਕੀਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਕੀਤੀਆਂ ਖਾਣੀ ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ। ਕੀਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਸਾਧ ਸੰਗਤ ਜੀਓ, ਗੁਰਮੁਖ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਵਿਚਾਰ ਕਰੀਏ ਆਪਣੀ ਤੁੱਛ ਬੁੱਧੀ ਅਨੁਸਾਰ ਅਗਲੇ ਖੰਡ ਦੀ। ਧਰਮ ਖੰਡ ਦੀ ਕੱਲ੍ਹ ਵਿਚਾਰ ਹੋਈ ਸੀ, ਅੱਜ ਗਿਆਨ ਖੰਡ ਦੀ ਵਿਚਾਰ ਕੋਸ਼ਿਸ਼ ਕਰੀਏ ਜਿੰਨੀ ਸਮਝ ਹੈ। ਹੁਣ ਗੁਰੂ ਪਾਤਸ਼ਾਹ ਗਿਆਨ ਖੰਡ ਦੀ ਬਾਤ ਪਾ ਰਹੇ। ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼। ਜਦੋਂ ਧਰਮ ਖੰਡ ਤੋਂ ਬੰਦਾ ਅਗਲੀ ਸਟੇਜ 'ਤੇ ਜਾਂਦਾ ਹੈ, ਗੁਰੂ ਦਾ ਮਿਲਾਪ ਹੁੰਦਾ ਹੈ। ਇਹ ਕਿੱਥੋਂ ਪਤਾ ਚੱਲੇਗਾ? ਲਾਵਾਂ ਤੋਂ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਪਤਾ ਚੱਲ ਜਾਂਦਾ ਹੈ ਆਪਣੀ ਅਲਪਗਤਾ ਦਾ ਤੇ ਪਰਮਾਤਮਾ ਦੀ ਬੇਅੰਤਤਾ ਦਾ। ਬਈ ਬੱਲੇ ਬੱਲੇ, ਕਿੰਨੀਆਂ ਹੀ ਪਾਉਣਾ, ਕਿੰਨੀਆਂ ਹੀ ਅੱਗੇ, ਕਿੰਨੇ ਹੀ ਕਾਨ ਮਹੇਸ਼ ਹੈ। ਇੱਕ ਅੱਧਾ ਕ੍ਰਿਸ਼ਨ ਮਹੇਸ਼ ਨਹੀਂ, ਇੱਥੇ ਤਾਂ ਅੰਤ ਕੋਈ ਨਹੀਂ ਹੈ। ਕਿੰਨੇ ਹੀ ਵਰਮੇ ਹੈ, ਕੋਟ ਵਰਮੇ ਜੱਗ ਸਾਜਣ ਲਾਏ। ਕੀਤੀਆਂ ਕਰਮ ਭੂਮੀ ਹੀ ਹੈ, ਧਰਤੀਆਂ ਪਤਾ ਨਹੀਂ ਕਿੰਨੀਆਂ ਕੁ ਹੋਰ ਹੈ। ਮੇਰ ਸਮੇਰ ਕਿੰਨੇ ਕਹਿ, ਧੂਪ ਕਿੰਨੇ ਕਹਿ ਹੋਰ ਧਰੂ। ਇੰਦ ਚੰਦ ਸੂਰ ਕਿੰਨੇ ਹੀ ਦੇਸ਼ ਹੈ, ਕੋਈ ਲੇਖਾ ਨਹੀਂ ਹੈ।
ਕਿੰਨੇ ਹੀ ਸਿੱਧ ਹੈ, ਬੁੱਧ ਹੈ, ਨਾਥ ਹੈ। 12 ਨਾਥਾਂ ਦੀ ਗੱਲ ਨਹੀਂ ਭਾਈ, ਬੁੱਧ ਦੀ ਗੱਲ ਨਹੀਂ, ਇੱਕ ਸਿੱਧ ਦੀ ਗੱਲ ਨਹੀਂ। ਪਤਾ ਹੀ ਨਹੀਂ ਕਿੰਨੇ ਕੁ ਸਿੱਧ ਬੁੱਧ ਹੈ ਇੱਥੇ। ਕੇਤੇ ਦੇਵ ਦਾਨਵ ਮੁਨ ਕੇਤੇ, ਕਿੰਨੇ ਹੀ ਸੁਰ ਨਰ ਦੇਵਤੇ ਹੈ, ਦੈਂਤ ਹੈ। ਸਮੁੰਦਰ ਦੇ ਵਿੱਚ 14 ਰਤਨ ਨਹੀਂ ਭਾਈ, ਪਤਾ ਹੀ ਨਹੀਂ ਕਿੰਨੇ ਰਤਨ ਹੈ। ਕੇਤੀਆਂ ਖਾਣੀ ਕੇਤੀਆਂ ਬਾਣੀ, ਅਸੀਂ 4 ਖਾਣੀਆਂ 4 ਬਾਣੀਆਂ ਦੀਆਂ ਬਾਤਾਂ ਕਰਦੇ ਹਾਂ ਧਰਮ ਖੰਡ 'ਚ ਭਾਈ। ਇੱਥੇ ਤਾਂ ਲੇਖਾ ਹੀ ਕੋਈ ਨਹੀਂ ਹੈ, ਪਤਾ ਹੀ ਨਹੀਂ ਕਿੰਨੀਆਂ ਬਾਣੀਆਂ ਖਾਣੀਆਂ। ਕਿੰਨੇ ਹੀ ਚੰਗੇ ਚੰਗੇ ਜਾਤਾਂ ਗੋਤਾਂ ਵਾਲੇ ਰਾਜੇ ਹੈ, ਪਾਤਸ਼ਾਹ ਹੈ। ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ। ਫਿਰ ਪਰਮਾਤਮਾ ਨੂੰ ਸੁਰਤੀ ਦੇ ਨਾਲ, ਧਿਆਨ ਦੇ ਨਾਲ ਜਿਹੜੇ ਸੇਵਾ ਕਰਦੇ ਆ, ਯਾਨੀ ਭਗਤਾਂ ਦੀ ਗੱਲ ਹੋ ਰਹੀ, ਜਿਹੜੇ ਚੌਥੇ ਪਦ ਵਾਲੇ ਭਗਤ ਹੁੰਦੇ, ਉਹਨਾਂ ਦਾ ਵੀ ਅੰਤ ਕੋਈ ਨਹੀਂ ਹੈ ਵੀ ਇੰਨੇ ਭਾਈ, ਜਿਹੜੇ ਧਿਆਨ ਨਾਲ ਗਾਉਂਦੇ ਧਿਆਉਂਦੇ। ਸਾਧ ਸੰਗਤ ਜੀਓ, ਅੱਖਰੀ ਅਰਥ ਤਾਂ ਹੋਏ, ਥੋੜ੍ਹੀ ਜਿਹੀ ਵਿਚਾਰ ਖੰਡਾਂ ਦੀ ਕੱਲ੍ਹ ਵੀ ਕਰੀ ਸੀ, ਕੁਛ ਅੱਜ ਚੱਲੀਏ ਸ਼ੁਰੂ, ਅੱਗੇ ਕਰੀਏ। ਧਰਮ ਖੰਡ ਵਿੱਚ ਤਾਂ ਕੇਵਲ ਧਰਮ ਦਾ ਪਤਾ ਚੱਲਦਾ ਹੈ, ਪੁੰਨ ਪਾਪ ਦਾ ਪਤਾ ਚੱਲਦਾ ਹੈ, ਪ੍ਰਵਿਰਤੀ ਕਰਮ ਹੁੰਦਾ। ਇਹ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਨਾ ਮਾੜੇ ਕੰਮ ਕਰਨੇ ਨਾਲੋਂ, ਹੱਤਿਆਵਾਂ ਚੁਗਲੀਆਂ ਚੋਰੀਆਂ ਕਰਨ ਨਾਲੋਂ ਧਰਮ ਦੀ ਸੋਝੀ ਪੈਂਦੀ ਹੈ, ਧਾਰਮਿਕ ਗ੍ਰੰਥਾਂ ਦੀ ਸੋਝੀ ਪੈਂਦੀ ਹੈ ਥੋੜ੍ਹੀ ਥੋੜ੍ਹੀ। ਪਹਿਲੇ ਖੰਡ 'ਚ ਧਰਮ ਦੇ 'ਚ ਹੁੰਦਾ ਉਹ ਵੀ ਤ੍ਰੈਗੁਣੀ ਹੈ। ਅਗਲਾ ਖੰਡ ਗਿਆਨ ਦਾ ਹੈ, ਸਤਿਗੁਰੂ ਪੁਰਖ ਦੇ ਮਿਲਾਪ ਦਾ ਹੈ। ਫਿਰ ਪਤਾ ਚੱਲਦਾ ਹੈ ਵੀ ਬੱਲੇ ਬੱਲੇ, ਵਾਹ 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 ਵਾਹ, ਬਿਸਮਾਦ ਬਿਸਮਾਦ, ਤੂੰ ਐਡਾ ਬੇਅੰਤ ਹੈ। ਮੈਂ ਕਿਆ ਚੀਜ਼ ਹੈ, ਕੁਛ ਵੀ ਨਹੀਂ। ਮੈਂ ਤਾਂ ਉਹੀ ਚਾਵਲਦਾ ਆਪਣੇ ਆਪ ਨੂੰ ਵੀ ਮੈਂ ਬਹੁਤ ਕੁਝ ਜਾਣ ਗਿਆ। ਉਹ ਕੁਛ ਵੀ ਨਹੀਂ ਭਾਈ। ਸੁਕਰਾਤ ਕਹਿ ਰਿਹਾ ਪਿਛਲੀ ਉਮਰ 'ਚ, ਆਲ ਦੈਟ ਆਈ ਨੋ ਦੈਟ ਆਈ ਨੋ ਨਥਿੰਗ। ਮੈਂ ਜੋ ਕੁਝ ਜਾਣਦਾ ਉਹ ਇਹ ਹੈ ਵੀ ਮੈਂ ਕੁਛ ਨਹੀਂ ਜਾਣਦਾ, ਕਿਉਂਕਿ ਪਤਾ ਚੱਲ ਜਾਂਦਾ ਬੰਦੇ ਨੂੰ ਆਪਣੇ ਆਪੇ ਦਾ ਵੀ ਮੈਂ ਤਾਂ ਕੁਛ ਵੀ ਹੈ ਨਹੀਂ। ਐਵੇਂ ਐਵੇਂ ਮੇਰਾ ਮਨ ਉੱਪਰ ਉੱਡਦਾ ਰਿਹਾ ਹੁਣ ਤੱਕ। ਤੋ ਜਿਹੜੀ ਦੂਜੀ ਅਵਸਥਾ ਹੈ ਸਤਿਗੁਰ ਪੁਰਖ ਦੇ ਮਿਲਾਪ ਦੀ, ਉਹਦੇ ਨਾਲ ਸੋਝੀ ਆਉਂਦੀ ਹੈ ਖੰਡਾਂ ਬ੍ਰਹਮੰਡਾਂ ਦੀ, ਵੀ ਇੱਥੇ ਕਿੰਨਾ ਕੁਛ ਹੈ। ਮਤਲਬ ਕਹਿਣ ਦਾ ਇਹ ਹੈ ਵੀ ਹਉਮੈ ਟੁੱਟਦੀ ਹੈ। ਹਉਮੈ ਟੁੱਟਣ ਦੇ ਨਾਲ ਬੇਅੰਤਤਾ ਦੀ ਸੋਝੀ ਆਉਂਦੀ ਹੈ। ਜਿੰਨਾ ਚਿਰ ਹਉਮੈ ਹੈ ਉਨਾ ਚਿਰ ਬੰਦੇ ਨੂੰ ਸੋਝੀ ਨਹੀਂ ਆਉਂਦੀ, ਆਪਣਾ ਆਪਾ ਹੀ ਲੱਗੀ ਜਾਂਦਾ। ਜੇ ਆਪਾਂ ਸੂਫੀਆਂ ਸਾਹਿਬ ਦੀ ਗੱਲ ਕਰੀਏ, ਸੂਫੀਆਂ ਦੇ ਵਿੱਚ ਵੀ 4 ਸਟੇਜਾਂ ਮੰਨੀਆਂ ਜਾਂਦੀਆਂ। ਸ਼ਰੀਅਤ ਯਾਨੀ ਧਰਮ ਦੀ, ਜਿਹੜਾ ਬਾਹਰਲਾ ਹੈ ਸਰੀਰ ਦਾ, ਧਰਮ ਦਾ ਧਾਰਨ ਕਰਨਾ, ਚੰਗੇ ਮਾੜੇ ਦੀ ਪਛਾਣ ਹੋ ਜਾਣੀ। ਫਿਰ ਤਰੀਕਤ, ਫਿਰ ਹਕੀਕਤ, ਫਿਰ ਮਾਰਫਤ। ਮਾਰਫਤ ਪ੍ਰਭੂ ਮਿਲਾਪ ਦੀ ਹੈ। ਲੇਕਿਨ ਸਿੱਖੀ ਦੇ ਨਾਲੋਂ ਇੱਕ ਬਹੁਤ ਬੜਾ ਡਿਫਰੈਂਸ ਹੈ ਸੂਫੀਆਂ ਦਾ। ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਬਈ ਉਹ ਨੱਚ ਕੇ ਟੱਪ ਕੇ ਭਗਤੀ ਕਰਦੇ। ਗੁਰੂ ਸਾਹਿਬ ਕਹਿੰਦੇ ਇਹ ਮਨ ਦੀ ਚੰਚਲਤਾ ਹੈ। ਜਿਵੇਂ ਬੁੱਲੇ ਸ਼ਾਹ ਬਾਬੇ ਨੂੰ ਬੜਾ ਚੱਕਦੇ ਲੋਕ ਗਾਉਣੇ ਵਾਲੇ, ਭਾਈ ਇਹ ਮਨ ਦੀ ਚੰਚਲਤਾ ਹੈ। ਨੱਚੇ ਟੱਪੇ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਜਿਹੜਾ ਸ਼ਬਦ ਦੇ ਰਾਹੀਂ ਮਰ ਗਿਆ, ਜਿਹਦਾ ਮਨ ਹਉਮੈ ਟੁੱਟ ਗਈ, ਭਗਤੀ ਉਹਨੂੰ ਪਾਉਣੀ। ਭਗਤ ਉਹਨੇ ਬਣਨਾ, ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ। ਨੱਚ ਨੱਚ ਟੱਪੈ ਬਹੁਤ ਦੁੱਖ ਪਾਵੇਂ। ਔਰ ਇੱਕ ਹੋਰ ਤੁਕ ਨੂੰ ਵੀ ਗੁਰਬਾਣੀ ਦੀ ਨੂੰ ਗਲਤ ਅਰਥਾਂ 'ਚ ਵੀ ਲਾਇਆ ਹੋਇਆ ਲੋਕਾਂ ਨੇ। ਪੰਜਾਬ ਸਰਕਾਰ ਦੀ ਕਿਤਾਬਾਂ ਦੇ ਵਿੱਚ ਵੀ ਦਾਸ ਨੇ ਪੜ੍ਹਿਆ ਬੱਚਿਆਂ ਦੇ, ਬਈ ਗੁਰਬਾਣੀ ਫਰਮਾਉਂਦੀ ਹੈ ਵੀ ਨੱਚਣਾ ਟੱਪਣਾ ਖੇਡਾਂ ਕਰਨੀਆਂ ਇਹ ਤਾਂ ਵਧੀਆ ਚੀਜ਼ ਹੈ। ਨਹੀਂ ਭਾਈ, ਇਹਨੂੰ ਵਧੀਆ ਨਹੀਂ ਕਿਹਾ ਗਿਆ ਗੁਰਬਾਣੀ 'ਚ। ਸਰੀਰ ਦੀ ਨਿਰੋਗਤਾ ਖਾਤਰ ਠੀਕ ਹੈ, ਕਰੋ, ਪਰ ਜੇ ਕੋਈ ਸਮਝੇ ਵੀ ਨੱਚਣ ਟੱਪਣ ਨਾਲ ਭਗਤੀ ਦਾ ਤਾਲੁਕ ਹੈ, ਨੋ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਇਹ ਤਾਂ ਮਨ ਦਾ ਚਾਓ ਹੈ, ਚੰਚਲਤਾ ਹੈ। ਜਿਹਦੇ ਮਨ ਵਿੱਚ ਉਹਦਾ ਡਰ ਪੈ ਗਿਆ, ਭਗਤੀ ਉਸੇ ਨੇ ਕਰਨੀ। ਇਹ ਭਗਤੀ ਤੋਂ ਬਾਹਰ ਹੈ ਜਿਹੜਾ ਨੱਚਣਾ ਕੁੱਦਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਜਿੰਨਾ ਚਿਰ ਉਹਦਾ ਕਰਮ ਨਹੀਂ ਹੁੰਦਾ, ਨਦਰ ਨਹੀਂ ਹੁੰਦੀ ਗੁਰੂ ਦੀ, ਅਸੀਂ ਪਾਰ ਜਾ ਹੀ ਨਹੀਂ ਸਕਦੇ। ਨੱਚਣਾ ਟੱਪਣਾ ਦਾ ਮਨ ਦਾ ਚਾਓ ਹੈ, ਨੱਚਣ ਕੁੱਦਣ ਮਨ ਕਾ ਚਾਓ। ਇਹ ਜਿਹੜੀ ਨੱਚਣ ਟੱਪਣ ਵਾਲੀ ਗੱਲ ਹੈ, ਇਹ ਸਾਡੇ ਹਿੰਦੂ ਭਰਾਵਾਂ 'ਚ ਵੀ ਹੈ। ਦੇਵਤਿਆਂ ਦੇ ਮੂਹਰੇ ਵੀ ਜਾ ਕੇ ਬਹੁਤ ਨੱਚਦੇ ਟੱਪਦੇ ਆ। ਔਰ ਉਹਦਾ ਵੀ ਹਵਾਲਾ ਆਸਾ ਕੀ ਵਾਰ 'ਚ ਆਉਂਦਾ ਗੁਰੂ ਸਾਹਿਬ ਦਾ, ਬਈ ਰੋਟੀਆਂ ਕਾਰਨ ਪੂਰੇ ਤਾਲ।
ਆਪ ਪਛਾੜੈ ਧਰਤੀ ਨਾਲ ਗਾਵੈ ਰਾਜੇ ਰਾਮ। ਰਾਜੇ ਰਾਮ ਔਰ ਕ੍ਰਿਸ਼ਨ ਜੀ ਦੀਆਂ ਗੱਲਾਂ ਕਰ ਕਰਕੇ ਉਹਨਾਂ ਦੀਆਂ ਗਾਥਾ ਗਾਉਂਦੇ ਆ। ਉਡ ਉਡ ਰਾਵਾਂ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ। ਲੋਕ ਹੱਸਦੇ ਆ, ਉਹਨਾਂ ਦੇ ਸਿਰ 'ਚ ਸੁਆਹ ਪੈਂਦੀ ਹੈ ਉਡ ਉਡ ਕੇ, ਜਾਂ ਨੱਚਦੇ ਟੱਪਦੇ ਧਰਤੀ ਨੂੰ ਪਛਾੜਦੇ ਆ। ਉਹ ਭਗਤੀ ਨਹੀਂ ਪਾਈ ਹੈ, ਉਹ ਮਨ ਦੀ ਚੰਚਲਤਾ ਹੈ। ਜੇ ਉਹਨਾਂ ਨੂੰ ਕੋਈ ਕਹੇ ਉਹ ਤਾਂ ਕਹਿਣਗੇ ਨਹੀਂ ਜੀ ਅਸਲੀ ਭਗਤੀ ਇਹੀ ਹੈ। ਚਲੋ ਆਪਾਂ ਆਪਣੇ ਗੁਰੂ ਦੀ ਗੱਲ ਕਰੀਏ, ਜੋ ਸਭ ਦੀ ਸ੍ਰਿਸ਼ਟੀ ਦਾ ਸਾਂਝਾ ਗੁਰੂ ਹੈ। ਉਹਨਾਂ ਨੇ ਇਹਨਾਂ ਗੱਲਾਂ ਤੋਂ ਵਰਜਿਆ ਭਾਈ। ਦੂਜੀ ਜਿਹੜੀ ਲਾਮ ਹੈ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ। ਮਨ ਨਿਰਮਲ ਹੋ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ, ਉਹਦਾ ਭਉ ਪੈ ਜਾਂਦਾ, ਦੂਜੇ ਭਉ ਨਿਕਲ ਜਾਂਦੇ ਦੁਨਿਆਵੀ। ਇਹਨਾਂ ਦੋਹਾਂ ਭਉਆਂ 'ਚ ਅੰਤਰ ਹੈ। ਨਿਰਮਲ ਭਉ ਹੋਰ ਚੀਜ਼ ਹੈ, ਦੁਨਿਆਵੀ ਭਉ ਹੋਰ ਚੀਜ਼ ਹੈ। ਹਉਮੈ ਦੀ ਮੈਲ ਨਿਕਲ ਜਾਂਦੀ ਹੈ। ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਬਜਾਏ। ਮਨ ਦੇ ਵਿੱਚ ਅੰਦਰ ਅਨਹਦ ਸ਼ਬਦ ਸ਼ੁਰੂ ਹੋ ਜਾਂਦਾ ਹੈ, ਪਰਮਾਤਮਾ ਦੀ ਆਵਾਜ਼ ਸ਼ੁਰੂ ਹੋ ਜਾਂਦੀ ਹੈ। ਜੇ ਦਰਸ਼ਨ ਨਹੀਂ ਹੋਏ ਹੁੰਦੇ, ਇਹ ਦੂਜੀ ਅਵਸਥਾ ਦੀ ਗੱਲ ਹੈ। ਤੀਜੀ ਲਾਮ 'ਚ ਗੁਰੂ ਮਹਾਰਾਜ ਫਰਮਾਉਂਦੇ, ਗੁਰੂ ਰਾਮਦਾਸ ਜੀ, ਇਹ ਦੇਖਣ ਨੂੰ ਉੱਪਰ ਤੇ ਲਾਵਾਂ ਹੈ, ਆਪਾਂ ਵਿਆਹ ਸ਼ਾਦੀ ਵੀ ਕਰਾਉਂਦੇ ਉਸ ਤਰ੍ਹਾਂ, ਪਰ ਅਸਲ ਵਿੱਚ ਤਾਂ ਇਹ ਆਤਮਿਕ ਵਿਕਾਸ ਦੀਆਂ ਪੌੜੀਆਂ ਹੈ। ਵੀ ਬੰਦੇ ਨੂੰ ਅੰਦਰ ਕਿਵੇਂ ਕਿਵੇਂ ਚੜ੍ਹਦਾ ਜਾਂਦਾ ਹੈ ਪੌੜੀਆਂ ਨੂੰ, ਔਰ ਕਿਵੇਂ ਪ੍ਰਾਪਤੀ ਹੁੰਦੀ ਹੈ ਰੱਬ ਦੀ। ਫਿਰ ਤੀਜੀ ਲਾਮ ਆ ਗਈ, ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀ। ਗੁਰੂ ਮਹਾਰਾਜ ਆਪਣੇ ਉੱਪਰ ਲਗਾ ਕੇ ਕਹਿ ਰਹੇ ਵੀ ਫਿਰ ਮੈਂ ਬੈਰਾਗੀ ਜਾਨੀ, ਬੈਰਾਗ ਪੈਦਾ ਹੋ ਜਾਂਦਾ ਮਨ ਦੇ ਵਿੱਚ। ਫਿਰ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀ। ਜਿਹੜੀ ਦੂਜੀ ਅਵਸਥਾ ਵਿੱਚ ਹਰੀ ਦੀ ਧੁਨ ਪੈਦਾ ਹੁੰਦੀ ਹੈ, ਉਹ ਹੋਰ ਪਰਪੱਕ ਹੋ ਜਾਂਦੀ ਹੈ। ਸਾਰਾ ਦਿਨ ਸਾਰਾ ਰੋਮ ਰੋਮ ਸਰੀਰ ਅਰਾਧੈ ਮੋਕੋ ਵਿਚਾਰ ਦੇਹੂ ਰਵਿਦਾਸ ਸਮਦਲ ਸਮਝਾਵੇ। ਇਹ ਜਿਹੜੀ ਹਰ ਵਕਤ ਰੋਮ ਰੋਮ ਜਪਣ ਦੀ ਗੱਲ ਹੈ, ਉਹ ਤੀਜੀ ਅਵਸਥਾ 'ਚ ਬਣਨ ਲੱਗ ਪੈਂਦੀ, ਬਣ ਜਾਂਦੀ ਹੈ, ਬਲਕਿ ਦੂਜੀ ਤੋਂ ਸ਼ੁਰੂ ਹੁੰਦੀ ਹੈ। ਅਗਲੀ ਚੌਥੀ ਅਵਸਥਾ ਮਿਲਾਪ ਦੀ ਹੈ। ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ। ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ। ਜਦੋਂ ਮਨ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋ ਗਏ ਸਾਕਸ਼ਾਤ, ਕੋਈ ਕਹਿ ਸਕਦਾ ਵੀ ਨਿਰਗੁਣ ਕਿਵੇਂ ਦਰਸ਼ਨ ਹੁੰਦੇ? ਭਾਈ ਹੁੰਦੇ, ਉਹ ਸਰਗੁਣ ਵੀ ਧਾਰ ਲੈਂਦਾ ਰੂਪ ਘੜੀ 'ਚ, ਉਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਹ ਸਹਿਜ ਸੁਭਾਅ ਮਿਲਦਾ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਆਪਣੇ ਉਦਮਾਂ ਨਾਲ ਨਹੀਂ ਮਿਲਦਾ, ਉਹ ਸਹਿਜ ਸੁਭਾਅ ਮਿਲਣਾ ਹੈ, ਉਹਦੇ ਹੁਕਮ ਵਿੱਚ ਮਿਲਣਾ। ਨਦਰੀ ਕਰਮ ਲੰਘਾਏ ਪਾਰ। ਜਿੰਨਾ ਚਿਰ ਉਹਦੇ ਉੱਪਰੋਂ ਹਰੀ ਝੰਡੀ ਨਹੀਂ ਮਿਲਦੀ, ਗੁਰੂ ਨਹੀਂ ਮਿਲਦਾ। ਭਾਵੇਂ ਗੁਰੂ ਦੇ ਕੋਲ ਬੈਠੇ ਰਹੀਏ ਤਾਂ ਵੀ ਨਹੀਂ ਮਿਲਦਾ। ਮਿਲਣਾ ਹੋਰ ਚੀਜ਼ ਹੈ। ਇੱਕ ਮਿਕ ਹੋ ਜਾਣਾ ਦੋਹੇ ਆਤਮਾਵਾਂ ਦਾ, ਜਿਹਦੇ 'ਚ ਕਹਿੰਦੇ ਵੇਵ ਲੈਂਥ ਇੱਕ ਹੋ ਗਈ ਜਾਂ ਫਰੀਕੁਐਂਸੀ ਇੱਕ ਹੋ ਗਈ, ਦੋਨੋਂ ਇਕੱਠੇ ਉੱਪਰ ਹੇਠ ਹੋਣ। ਜਿਵੇਂ ਲਹਿਰਾਂ ਵਿੱਚ ਹੁੰਦਾ, ਦੋ ਲਹਿਰਾਂ ਇਕੱਠੀਆਂ ਹੁੰਦੀਆਂ, ਉੱਪਰ ਵੀ ਹੇਠ ਵੀ, ਉਦੋਂ ਫਿਰ ਇਹ ਅਵਸਥਾ ਬਣਦੀ। ਫਿਰ ਪਰਮਾਤਮਾ ਮਿੱਠਾ ਵੀ ਲੱਗਦਾ। ਇਹ ਜਿਹੜੀਆਂ ਚਾਰ ਅਵਸਥਾ ਹੈ ਜਪਜੀ ਸਾਹਿਬ ਦੇ ਵਿੱਚ ਕਹਿਣ ਖਾਤਰ ਪੰਜ ਹੈ, ਪਰ ਐਕਚੁਅਲੀ ਚਾਰੇ ਹੈ। ਗੁਰੂ ਮਹਾਰਾਜ ਨੇ ਇੱਕ ਭੇਦ ਹੈ, ਜੇ ਉਹ ਸਾਨੂੰ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੋਇਆ, ਅੱਗੇ ਚੱਲ ਕੇ ਆਏਗਾ ਉਹ। ਦੇਖੋ ਸਾਧ ਸੰਗਤ ਜੀ, 34, 35, 36 ਇਹ ਤਿੰਨ ਪੌੜੀਆਂ ਵਿੱਚ ਧਰਮ ਖੰਡ, ਗਿਆਨ ਖੰਡ ਤੇ ਸ਼ਰਮ ਖੰਡ ਤਿੰਨੇ। ਚੌਥੀ ਜਿਹੜੀ ਹੈਗੀ ਕਰਮ ਖੰਡ, ਬਖਸ਼ਿਸ਼ ਦਾ ਖੰਡ, ਸੱਚਖੰਡ ਉਹਦੇ ਵਿੱਚ ਹੀ ਹੈ। ਦੇਖੋ 37ਵੀਂ ਪੌੜੀ ਦੇ ਵਿੱਚ, 38ਵੀਂ ਫਿਰ ਦੂਜੀ ਹੈ ਜਿਹੜੀ ਜਤ ਪਹਾਰਾ ਧੀਜ ਸੁਨਿਆਰ। ਤੋ ਇਹ 37ਵੀਂ ਪੌੜੀ ਦੇ ਵਿੱਚ ਦੋ ਖੰਡਾਂ ਦਾ ਬਿਆਨ ਹੈ। ਜਿੱਥੇ ਪਰਮਾਤਮਾ ਰਹਿੰਦਾ ਹੈ, ਭਗਤ ਵੀ ਉਹਦੇ ਵਿੱਚ ਹੀ ਰਹਿੰਦੇ, ਉਹੀ ਸੱਚਖੰਡ ਹੈ, ਉਹੀ ਕਰਮ ਖੰਡ ਹੈ, ਬਖਸ਼ਿਸ਼ ਦਾ ਖੰਡ ਹੈ। ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਦੋ ਚੀਜ਼ਾਂ ਦਾ ਵਰਣਨ ਹੈ, ਇੱਕ ਪਰਮਾਤਮਾ ਦਾ, ਇੱਕ ਉਹਦੇ ਭਗਤਾਂ ਦਾ। ਕਿਉਂਕਿ ਅਵਸਥਾ ਇੱਕ ਹੁੰਦੀ ਹੈ, ਉਹਨਾਂ ਨੂੰ ਇੱਕੋ ਗਿਣਿਆ ਜਾਂਦਾ ਹੈ ਗੁਰਬਾਣੀ 'ਚ, ਭਗਤਾਂ ਨੂੰ। ਸੰਤ ਅਨੰਤ ਹੈ ਅੰਤਰ ਨਹੀਂ। ਪਰਮਾਤਮਾ ਉਹਦੀ ਮਹਿਮਾ ਦੇ ਵਿੱਚ ਭਗਤਾਂ ਦੁਆਰਾ ਸੀਤਾ ਪਰੋਤਾ ਜਾਂਦਾ ਹੈ, ਯਾਨੀ ਹਰ ਵਕਤ ਉਹਦੇ ਵਿੱਚ ਵਿੰਨੇ ਪਏ ਹੁੰਦੇ। ਤੇ ਭਗਤ ਹੈ ਜਿਹੜੇ ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ।
ਉਹਨਾਂ ਨੂੰ ਫਿਰ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੱਗ ਨਹੀਂ ਸਕਦਾ, ਜਿਵੇਂ ਲੋਕਾਂ ਨੂੰ ਠੱਗਦੇ ਆ। ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ, ਪਹਿਲਾਂ ਵੀ ਇੱਕ ਦਿਨ ਵਿਚਾਰ ਆਈ ਸੀ। ਫਿਰ ਇਹ ਸਲਾਮ ਕਰਦੇ ਸਗੋਂ ਗੋਬਿੰਦ ਦੇ ਭਗਤ ਨੂੰ, ਜਿਹਦੇ ਮਨ 'ਚ ਵਸ ਗਿਆ ਪਰਮਾਤਮਾ। ਚੌਥੀ ਲਾਮ ਬਣ ਗਈ, ਸਮਝ ਲਓ। ਉਹਨਾਂ ਦੇ ਮਨ 'ਚ ਆਨੰਦ ਪੈਦਾ ਹੋ ਜਾਂਦਾ, ਸੁੱਖ ਨਹੀਂ ਆਨੰਦ, ਸਦਾ ਵਾਸਤੇ ਘਟਦਾ ਨਹੀਂ, ਵੱਧਦੇ ਜਾਏਗਾ। ਉੱਥੇ ਹੀ ਪਰਮਾਤਮਾ ਦਾ ਵਾਸਾ ਹੈ, ਉੱਥੇ ਹੀ ਭਗਤਾਂ ਦਾ ਵਾਸਾ ਹੈ। ਤੋ ਇਹ ਵੀ ਐਕਚੁਅਲੀ ਵੀ ਚਾਰੇ ਖੰਡ ਹੈ, ਦੇਖਣ ਨੂੰ 5 ਲੱਗਦੇ ਆ, ਪਰ ਪੌੜੀਆਂ ਤੋਂ ਗੁਰੂ ਮਹਾਰਾਜ ਨੇ ਸਾਨੂੰ ਇਹ ਸੰਕੇਤ ਦਿੱਤਾ ਹੋਇਆ ਵੀ ਇਹ ਇੱਕੋ ਹੀ ਖੰਡ ਹੈ। 37ਵੀਂ ਪੌੜੀ ਦਾ ਕਰਮਖੰਡ ਵੀ, ਸੱਚਖੰਡ ਵੀ, ਆਪਣੀ ਬੁੱਧੀ ਅਨੁਸਾਰ, ਪਰ ਸੰਕੇਤ ਤਾਂ ਹੈਗਾ ਵਿੱਚ। ਤੋ ਸਾਧ ਸੰਗਤ ਜੀ, ਉਹ ਜਿਹਦੇ ਅੰਦਰ ਰਾਮ ਭਰਪੂਰਤਾ ਨਾਲ ਵਸ ਗਿਆ, ਉਹ ਸੀਤਾ ਪਰੋਤਾ ਗਿਆ ਉਹਦੀ ਮਹਿਮਾ 'ਚ, ਉਹ ਅਵਸਥਾ ਹੈ ਕਰਮਖੰਡ ਦੀ, ਬਖਸ਼ਿਸ਼ ਦੀ, ਜਿੱਥੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੇ ਮਿਲਾਪ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ। ਇਹ ਚੌਥੀ ਅਵਸਥਾ ਹੈ। ਤਾਂ ਕੋਈ ਹੋਰ ਵਿਚਾਰ ਵਿੱਚੋਂ ਨਿਕਲ ਕੇ ਆਊਗੀ, ਫਿਰ ਕਰ ਲਾਂਗੇ। ਸਾਧ ਸੰਗਤ ਜੀਓ, ਕੋਈ ਅਪਸ਼ਬਦ ਦੀ ਖਿਮਾ ਔਰ ਦਿਓ ਅਸੀਸਾਂ। ਵਾਹਿਗੁਰੂ ਜੀਓ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਟ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨ ਜਾਹੈਂ, ਜੇ ਕੋ ਕਹਿ ਪਿਛੈ ਪਛਤਾਏ। ਤਿੱਥੈ ਘਾਟ ਘੜੀਐ ਸੁਰਤ ਮਤ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਸੰਗਤ ਜੀਓ, ਗੁਰਮੁਖ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਪੌੜੀ ਆ ਰਹੀ ਹੈ ਸ਼ਰਮ ਖੰਡ ਦੀ। ਪਹਿਲਾਂ ਗਿਆਨ ਖੰਡ ਦਾ ਵਿਸਤਾਰ ਕੱਲ੍ਹ ਕੀਤਾ ਸੀ ਆਪਾਂ ਨੇ, ਉਹਦਾ ਜ਼ਿਕਰ ਕਰਕੇ ਗੁਰੂ ਮਹਾਰਾਜ ਫਰਮਾ ਰਹੇ ਆ ਬਈ ਉਸ ਗਿਆਨ ਖੰਡ ਵਿੱਚ ਬਹੁਤ ਪ੍ਰਚੰਡ ਗਿਆਨ ਹੋ ਜਾਂਦਾ, ਸੋਝੀ ਪੈ ਜਾਂਦੀ ਹੈ ਵੀ ਉੱਥੇ ਦਾ ਪਵਨਾਂ ਦਾ ਅੰਤ ਨਹੀਂ, ਧਰਤੀਆਂ ਦਾ ਅੰਤ ਨਹੀਂ, ਬ੍ਰਹਮਾ ਵਿਸ਼ਨੂੰ ਮਹੇਸ਼ਾਂ ਦਾ ਅੰਤ ਨਹੀਂ, ਅਵਤਾਰਾਂ ਦਾ ਅੰਤ ਨਹੀਂ, ਸਭ ਕੁਛ ਬੇਅੰਤ ਹੈ। ਗਿਆਨ ਪ੍ਰਚੰਡ ਹੋ ਜਾਂਦਾ। ਹੁਣ ਅਗਲੀ ਗੱਲ ਕਰ ਰਹੇ ਹਾਂ, ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮੇ ਲਿਖਿਆ ਵਾ ਤਾਂ ਪੜ੍ਹਨਾ ਵੀ ਸ਼ਰਮੇ ਹੈ, ਲੇਕਿਨ ਇਹ ਸ਼ਰਮ ਸ਼ਬਦ ਹੈ ਸੰਸਕ੍ਰਿਤ ਦਾ, ਹਿੰਦੀ 'ਚ ਵੀ ਸ਼ਰਮੇ ਕਹਿੰਦੇ, ਮਿਹਨਤ ਨੂੰ ਕਹਿੰਦੇ। ਜਿਹੜਾ ਮਿਹਨਤ ਦਾ ਖੰਡ ਹੈ ਉਹਦੇ ਵਿੱਚ ਘਾੜਤ ਘੜੀ ਜਾਂਦੀ ਹੈ, ਬਹੁਤ ਅਨੂਪ, ਲਾਮਿਸਾਲ। ਜਿਵੇਂ ਇੱਕ ਦਿਨ ਇੱਕ ਭਾਈ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਤਾਂ ਸਾਨੂੰ ਛਾਂਗਣ ਲੱਗੇ ਹੋਏ ਆ। ਛਾਂਗਣਾ ਸ਼ਬਦ ਨੈਗੇਟਿਵ ਹੈ ਭਾਈ, ਘੜਨਾ ਪੋਜ਼ੀਟਿਵ ਹੈ। ਜਿਵੇਂ ਕੋਈ ਮੂਰਤੀਕਾਰ ਬੁੱਤ ਘਾੜਾ ਮੂਰਤੀ ਨੂੰ ਛੈਣੀ ਲੈ ਕੇ ਘੜਦਾ ਹੁੰਦਾ, ਉਹ ਛਾਂਗਣਾ ਨਹੀਂ ਹੁੰਦਾ, ਉਹ ਚੰਗੀ ਸੈਂਸ ਵਿੱਚ ਹੁੰਦਾ। ਤੋ ਸਾਡੀ ਵੀ ਘਾੜਤ ਉੱਥੇ ਘੜੀ ਜਾਂਦੀ ਹੈ, ਜਿਹੜਾ ਸ਼ਰਮ ਖੰਡ ਹੈ। ਅਗਲੀ ਅਵਸਥਾ ਹੈ ਗਿਆਨ ਤੋਂ, ਔਰ ਉਹਦੀਆਂ ਗੱਲਾਂ ਕਥੀਆਂ ਨਹੀਂ ਜਾ ਸਕਦੀਆਂ ਉਸ ਅਵਸਥਾ ਦੀ। ਜੇ ਕੋਈ ਕਥਦਾ ਵੀ ਹੈ, ਕਹਿੰਦਾ ਵੀ ਹੈ, ਤਾਂ ਪਿੱਛੇ ਤੇ ਪਛਤਾਊਗਾ ਵੀ ਨਹੀਂ ਗੱਲ ਤਾਂ ਕੁਛ ਹੋਰ ਸੀਗੀ। ਕਥਨਾ ਜਿਹੜਾ ਕਥ ਦਾ, ਸਾਧ ਸੰਗਤ ਜੀ, ਉਹ ਇਹ ਮੁਸ਼ਕਿਲ ਹੈ। ਮੁਸ਼ਕਿਲ ਕਿਉਂ? ਤ੍ਰੈ ਗੁਣਾਂ 'ਚ। ਜੇ ਕੋਈ ਕਥਦਾ ਹੈ ਤਾਂ ਉਹ ਝੱਖ ਮਾਰਦਾ। ਜਦੋਂ ਬੰਦਾ ਭਗਤ ਬਣ ਗਿਆ, ਸੰਤ ਬਣ ਗਿਆ, ਕਿਰਪਾ ਹੋ ਗਈ, ਚੌਥੇ ਪਦ 'ਚ ਪਹੁੰਚ ਗਿਆ, ਫਿਰ ਉਹ ਕਥ ਸਕਦਾ ਔਰ ਕਥਦਾ ਹੈ। ਇਹ ਭਗਤ ਸਾਹਿਬਾਨਾਂ ਨੇ, 35 ਮਹਾਂਪੁਰਸ਼ਾਂ ਨੇ ਇਹ ਕਥਿਆ ਹੋਇਆ ਹੀ ਹੈ। ਇਹ ਕਈ ਦਫਾ ਕਹਿ ਦਿੰਦੇ, ਦਸਰੇ ਨੂੰ ਵੀ ਇੱਕ ਦੋ ਵਾਰ ਕਿਸੇ ਨੇ ਸੰਗਤ 'ਚੋਂ ਕਿਹਾ ਸੀਗਾ ਵੀ ਬਾਅਦ ਵਿੱਚ ਵੀ ਜੀ ਫਿਰ ਤੁਸੀਂ ਕਿਉਂ ਵਿਆਖਿਆ ਕਰਦੇ ਜਦ ਅਕੱਥ ਕਹਾਣੀ ਤੁਸੀਂ ਦੱਸਦੇ ਆਪੇ ਵੀ ਇਹ ਤਾਂ ਅਕੱਥ ਹੈ। ਇਹਦਾ ਜਵਾਬ ਇਹੀ ਹੈ ਭਾਈ, ਹੈ ਅਕੱਥ ਹੈ, ਬੁੱਧੀ ਖਾਤਰ ਅਕੱਥ ਹੈ, ਲੇਕਿਨ ਵਿਵੇਕ ਖਾਤਰ ਨਹੀਂ ਹੈ। ਵਿਵੇਕ ਕੱਥ ਸਕਦਾ ਹੈ ਜੇ ਉਹਦੀ ਕਿਰਪਾ ਹੋ ਜਾਏ ਤਾਂ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉੱਥੇ
ਮਨ ਵਿੱਚ ਔਰ ਬੁੱਧੀ ਦੇ ਵਿੱਚ ਸੁਰਤ ਔਰ ਮਤ ਘੜੀਆਂ ਜਾਂਦੀਆਂ। ਸੁਰਤ ਔਰ ਮਤ ਦੇ ਜਿਹੜੀ ਸਿਆਰੀ ਲੱਗੀ ਹੋਈ ਹੈ, ਇਹ ਮੂਲਕ ਸ਼ਬਦ ਦੇ ਪਿੱਛੇ ਤੇ ਆ ਰਹੇ ਹਨ ਸੰਸਕ੍ਰਿਤ ਹਿੰਦੀ ਚੋਂ। ਮਨ ਔਰ ਬੁੱਧ ਦੀ ਜਿਹੜੀ ਸਿਆਰੀ ਲੱਗੀ ਹੋਈ ਹੈ, ਇਹਦਾ ਮਤਲਬ ਹੈ ਮਨ ਵਿੱਚ ਔਰ ਬੁੱਧ ਵਿੱਚ। ਮਨ ਵਿੱਚ ਸੁਰਤੀ ਪੈਦਾ ਹੁੰਦੀ ਹੈ, ਬੁੱਧੀ ਵਿੱਚ ਮਤ ਪੈਦਾ ਹੁੰਦੀ ਹੈ। ਮਤ ਕੁਮਤ ਵੀ ਹੋ ਸਕਦੀ ਹੈ, ਮਤ ਸੁਮਤ ਵੀ ਹੋ ਸਕਦੀ ਹੈ। ਤ੍ਰੈ ਗੁਣਾਂ 'ਚ ਕੁਮਤ ਹੁੰਦੀ ਹੈ, ਜਦੋਂ ਗੁਰੂ ਕਿਰਪਾ ਹੋ ਜਾਏ, ਕਿਤੇ ਉਹਦੀ ਨਜ਼ਰ ਪੈ ਜੇ, ਉਹਦਾ ਕਰਮ ਬਖਸ਼ ਜੇ ਪਰਮਾਤਮਾ ਦਾ, ਫਿਰ ਇਹ ਸੁਮਤ ਬਣ ਜਾਂਦੀ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਉੱਥੇ ਜਿਵੇਂ ਆਪਾਂ ਦਾ ਇੱਕ ਖਿਆਲ ਹੈ ਵੀ ਜਿਹੜੇ ਸਿੱਧ ਹੈ ਜਾਂ ਸੁਰ ਹੈ, ਦੇਵਤੇ ਹੈ, ਉਹ ਬਹੁਤ ਸ੍ਰੇਸ਼ਟ ਹੈ। ਉਹ ਸ੍ਰੇਸ਼ਟ ਕਿਸ ਕਰਕੇ ਹੈ? ਘੜੇ ਹੋਏ। ਆਮ ਲੋਕਾਂ ਨਾਲੋਂ ਵੱਧ ਉਹਨਾਂ ਕੋਲ ਗਿਆਨ ਹੁੰਦਾ, ਲੇਕਿਨ ਜਿੱਥੇ ਫਿਰ ਉਹਨਾਂ ਦੀ ਹਉਮੈ ਦੀ ਗੱਲ ਆ ਜਾਂਦੀ ਹੈ, ਉੱਥੇ ਗੁਰਬਾਣੀ ਨੇ ਉਹ ਸਵੀਕਾਰ ਨਹੀਂ ਕਰੇ। ਸਿੱਧ ਵੀ, ਨਾਥ ਵੀ, ਬੁੱਧ ਵੀ, ਸਭ ਤਿੰਨਾਂ ਗੁਣਾਂ ਚ ਉਹਨੇ ਬੇਸ਼ੱਕ ਉਹ ਸਤੋਗੁਣੀ ਹੁੰਦੇ। ਆਮ ਲੋਕਾਂ ਨਾਲੋਂ ਸਮਝ ਵੱਧ ਹੁੰਦੀ ਹੈ, ਗਿਆਨ ਹੁੰਦਾ ਹੈ, ਲੇਕਿਨ ਦਿਸ਼ਾ ਨਹੀਂ ਬਦਲੀ ਹੁੰਦੀ ਅਜੇ ਵੀ ਉਹਨਾਂ ਦੀ। ਸੋ ਸਾਧ ਸੰਗਤ ਜੀਓ, ਉਹਨਾਂ ਦੀ ਜਿੰਨੀ ਕੁ ਵੀ ਦਿਸ਼ਾ ਜਾਂ ਦਸ਼ਾ ਬਦਲਦੀ ਹੈ, ਉਹ ਵੀ ਉਸ ਸ਼ਰਮ ਖੰਡ ਦੇ ਵਿੱਚ ਹੀ ਹੈ। ਬੇਸ਼ੱਕ ਅਜੇ ਕਰਮ ਖੰਡ ਨਹੀਂ ਬਣਿਆ, ਤੇ ਨਾ ਹੀ ਰੱਬ ਦਾ ਮਿਲਾਪ ਹੁੰਦਾ ਸਿੱਧਾਂ ਨੂੰ ਔਰ ਇਹਨਾਂ ਨੂੰ ਜਿਹੜੇ ਦੇਵਤੇ ਵਗੈਰਾ ਹੁੰਦੇ। ਮਿਲਾਪ ਜਦੋਂ ਹੋ ਜਾਏਗਾ ਤੇ ਫਿਰ ਸਭ ਕੁਛ ਹੈ, ਫਿਰ ਤਾਂ ਰੌਲਾ ਹੀ ਨਹੀਂ ਖਤਮ ਹੋ ਜਾਂਦਾ, ਫਿਰ ਤਾਂ ਪਰਮਾਤਮਾ ਨਾਲ ਇੱਕ ਮਿਕਤਾ ਹੋ ਜਾਂਦੀ। ਤੋ ਸਾਧ ਸੰਗਤ ਜੀ, ਉਹ ਵਿਚਾਰ ਸੀ ਸ਼ਰਮ ਖੰਡ ਦੀ। ਬੋਲਣਾ ਤਾਂ ਇਹਨੂੰ ਸ਼ਰਮੇ ਹੈ, ਕਿਉਂਕਿ ਸੱਸਾ ਰਾਰਾ ਮੰਮਾ ਲੱਗਿਆ ਹੋਇਆ। ਅਸਲ 'ਚ ਫਿਰ ਇਹ ਹਿੰਦੀ ਔਰ ਇੰਗਲਿਸ਼ ਦੇ ਵਿੱਚ ਸ਼ਰਮ ਹੈ, ਉੱਥੋਂ ਇਹ ਸ਼ਬਦ ਆਇਆ। ਮੰਗਰ ਦੀ ਗੱਲ ਸੰਗਤ ਦੇ ਵਿੱਚ ਰੱਖੀ ਸੀ। ਇਹ ਮੰਗਰ ਸ਼ਬਦ ਨਾ ਸੰਸਕ੍ਰਿਤ ਵਿੱਚ ਹੈ ਤੇ ਨਾ ਹੀ ਹਿੰਦੀ 'ਚ ਹੈ। ਬਹੁਤ ਪੋਸੀਬਲ ਹੈ ਵੀ ਇਹ ਕਿਸੇ ਪ੍ਰਾਕ੍ਰਿਤ ਦਾ ਹਿੱਸਾ ਹੋਗਾ, ਅੰਗ ਹੋਵੇ, ਉਹਦੇ 'ਚ ਇਸ ਤਰ੍ਹਾਂ ਬੋਲਿਆ ਜਾਂਦਾ ਹੋਵੇ, ਅਪਭ੍ਰੰਸ਼ ਹੋਵੇ ਜਾਂ ਪਾਲੀ ਹੋਵੇ। ਹੁਣ ਉਹਨਾਂ ਬਾਰੇ ਤਾਂ ਆਪਾਂ ਨੂੰ ਨੌਲੇਜ ਨਹੀਂ ਹੈ, ਕੋਈ ਭਾਸ਼ਾ ਵਿਗਿਆਨੀ ਸ਼ਾਇਦ ਦੱਸ ਸਕੇ ਇਸ ਗੱਲ ਨੂੰ, ਲੇਕਿਨ ਬੋਲਿਆ ਹੁਣ ਮੱਗਰ ਹੀ ਜਾਂਦਾ ਸਾਰੇ ਪੰਜਾਬ 'ਚ। ਜਿੰਨੀਆਂ ਵੀ ਡਾਇਲੈਕਟਸ ਹੈ, ਮੰਗਰ ਕੋਈ ਨਹੀਂ ਬੋਲਦਾ। ਪਰ ਜੇ ਇਹ ਤਿੰਨ ਜਗ੍ਹਾ ਆਇਆ ਗੁਰਬਾਣੀ 'ਚ, ਤਿੰਨ ਦਾ ਮਤਲਬ ਹੈ ਵੀ ਮੰਗਰ ਦੇ ਮਹੀਨੇ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ, 2/12 ਮਹਾਂ 'ਚ। ਔਰ ਜਿਵੇਂ ਭਾਈ ਸਾਹਿਬ ਨੇ ਦੱਸਿਆ, ਮਲੇਸ਼ੀਆ ਵਾਲਿਆਂ ਨੇ, ਅਮਰੀਕ ਸਿੰਘ ਜੀ ਨੇ, ਬਈ 10ਵੇਂ ਪਾਤਸ਼ਾਹ ਨੇ ਵੀ ਟਿੱਪੀ ਨਾਲੇ ਉਚਾਰਨ ਕਰਿਆ। ਹੈ ਕੋਈ ਨਾ ਕੋਈ ਗੱਲ ਵਿੱਚ, ਨਹੀਂ ਸਾਡੀ ਅਜੇ ਸਮਝ ਆਉਂਦੀ, ਆ ਜਾਏਗੀ। ਸੰਗਤ ਚੀਜ਼ ਹੀ ਐਸੀ ਹੈ, ਕਿਸੇ ਨਾ ਕਿਸੇ ਨੂੰ ਆ ਜਾਣੀ ਹੈ। ਚਾਹੇ ਕੋਈ ਹੋਰ ਵਿੱਚ ਸ਼ਾਮਿਲ ਹੋ ਜਾਏ ਜਿਹਨੂੰ ਇਸ ਗੱਲ ਦਾ ਪਤਾ ਹੋਏਗੀ। ਇਹ ਨਹੀਂ ਹੋ ਸਕਦਾ ਵੀ ਨਾ ਪਤਾ ਲੱਗੇ, ਗੱਲ ਤਾਂ ਕੋਈ ਹੈ। ਜਿਵੇਂ ਸਾਚ ਛੋੜ ਝੂਠ ਸੰਗ ਮਚਿਆ ਸ਼ਬਦ ਕਲੀਅਰ ਹੋ ਗਿਆ, ਇਸੇ ਤਰ੍ਹਾਂ ਇਹ ਵੀ ਹੋਏਗਾ। ਤਿੰਨ ਥਾਂ ਲਿਖਣਾ ਗੁਰੂ ਸਾਹਿਬਾਨਾਂ ਦਾ, ਗੱਲ ਕੋਈ ਹੈ। ਠੀਕ ਹੈ, ਪੰਜਾਬੀ ਦੇ ਵਿੱਚ ਸ਼ਬਦ ਮੱਗਰ ਬਣ ਗਿਆ, ਪਰ ਕਿਤੇ ਨਾ ਕਿਤੇ ਕਿਸੇ ਕੜੀ ਦੇ ਵਿੱਚ ਜਿੱਥੋਂ ਸੰਸਕ੍ਰਿਤ ਤੋਂ ਬੋਲੀਆਂ ਬਦਲਦੀਆਂ ਆਈਆਂ ਹੈ, ਮੰਗਰ ਜ਼ਰੂਰ ਹੋਏਗਾ। ਜਾਂ ਇੱਕ ਕਾਰਨ ਹੋਰ ਵੀ ਹੋ ਸਕਦਾ ਹੈ, ਇਹ ਗਾਉਣ ਵਾਲੇ ਜਿਹੜੇ ਰਾਗੀ ਸਿੰਘ ਹੈ, ਸੰਗੀਤ ਦੇ ਤੌਰ 'ਤੇ ਦੱਸ ਸਕਦੇ ਹਾਂ ਵੀ ਉਹ ਟਿੱਪੀ ਮਾਤਰਾ ਖਾਤਰ ਲੱਗੀ ਹੈ ਜਾਂ ਕਿਵੇਂ ਲੱਗੀ ਹੈ। ਇਹ ਭਾਈ ਅਮਰੀਕ ਸਿੰਘ ਦੱਸ ਸਕਦੇ ਹੈ, ਕਿਉਂਕਿ ਉਹ ਰਾਗੀ ਵੀ ਹੈ। ਤੋ ਫਿਲਹਾਲ ਆਪਾਂ ਦੇਖੀਏ, ਵਿਚਾਰੀਏ ਵੀ ਮਹਾਰਾਜ ਸਾਨੂੰ ਵੀ ਸੋਝੀ ਦੇ ਇਸ ਗੱਲ ਦੀ ਵੀ ਮੰਗਰ ਸ਼ਬਦ ਕਿਉਂ ਆਇਆ ਟਿੱਪੀ ਦੇ ਨਾਲ, ਜਦ ਕਿ ਬੋਲਿਆ ਮੱਗਰ ਜਾਂਦਾ। ਬੋਲੀਏ, ਭਾਸ਼ਾ ਬਦਲਦੀ ਤਾਂ ਰਹਿੰਦੀ ਹੈ, ਇਹਦੇ 'ਚ ਕੋਈ ਸ਼ੰਕਾ ਨਹੀਂ ਹੈ। ਜਿਵੇਂ ਸੱਚ ਸ਼ਬਦ ਪੰਜਾਬੀ 'ਚ ਹੈ, ਸੱਤਿਆ ਹਿੰਦੀ ਔਰ ਸੰਸਕ੍ਰਿਤ ਵਿੱਚ ਹੁੰਦਾ। ਪਾਲੀ ਵਿੱਚ, ਪ੍ਰਾਕ੍ਰਿਤ ਵਿੱਚ ਇਹਨਾਂ ਦੇ ਹੋਰ ਰੂਪ ਹੈ, ਬੋਲੀ ਬਦਲਦੀ ਆਈ ਹੈ। ਸਮਝ ਤਾਂ ਆ ਰਹੀ ਹੈ ਮੰਗਰ ਔਰ ਮੱਗਰ ਕਹਿਣ 'ਚ ਕੋਈ ਅੰਤਰ ਨਹੀਂ ਹੈ ਅਰਥਾਂ 'ਚ। ਇੱਕ ਐਕੈਡੈਮਿਕ ਵਿਸ਼ਾ ਹੈ ਵੀ ਗੱਲ ਤਾਂ ਕੋਈ ਹੈ ਜਿੱਥੇ ਮੰਗਰ ਸ਼ਬਦ ਕਿਹਾ ਗਿਆ, ਵੀ ਇਹ ਕਿੱਥੇ ਆ ਕੇ ਬਦਲਿਆ, ਕਿਹੜੀ ਲੈਂਗੁਏਜ 'ਚ ਬਦਲਿਆ। ਪਹਿਲਾਂ ਨਹੀਂ ਸੀਗਾ, ਸੰਸਕ੍ਰਿਤ ਵਿੱਚ ਨਹੀਂ ਹੈ, ਮਾਰਗ ਸ਼ੀਰਸ਼ ਹੈ ਉੱਥੇ ਆਉਂਦਾ ਹੈ।
ਹਿੰਦੀ ਵਿੱਚ ਵੀ ਇਸ ਤਰ੍ਹਾਂ ਹੀ ਆਉਂਦਾ ਹੈ, ਵਿਸਰਗਾਂ ਨਹੀਂ ਲੱਗਦੀਆਂ ਲੇਕਿਨ ਆਉਂਦਾ ਹੈ ਮਾਰਕਸੀਸ। ਪਰ ਇਹ ਕਿਤੇ ਨਾ ਕਿਤੇ ਕਿਸੇ ਹੋਰ ਲੈਂਗੁਏਜ 'ਚ ਬਦਲਿਆ ਆ ਕੇ, ਉੱਥੋਂ ਫਿਰ ਇਹ ਪੰਜਾਬੀ 'ਚ ਆਇਆ ਬਦਲ ਕੇ। ਗੁਰੂ ਮਹਾਰਾਜ ਸੁਝਾਉਣਗੇ ਕਿਸੇ ਨਾ ਕਿਸੇ ਗੁਰਮੁਖ ਦੇ ਰਾਹੀਂ। ਸੰਗਤ ਦੀ ਵਡਿਆਈ ਹੈ ਇਸੇ ਕਰਕੇ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੈ। ਨਾਉ ਮਰੈ ਨ ਠਾਗੇ ਜਾਹੈ, ਜਿਨ ਕੈ ਰਾਮ ਵਸੈ ਮਨ ਮਾਹੈ। ਤਿੱਥੈ ਭਗਤ ਬਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚਖੰਡ ਬਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਬਰਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗੀ ਜਨੋ ਔਰ ਪਿਆਰੀ ਸਾਧ ਸੰਗਤ ਜੀਓ, ਇਸ ਪੌੜੀ ਦੇ ਵਿੱਚ ਬਖਸ਼ਿਸ਼ ਦੇ ਖੰਡ ਦੇ ਵਿੱਚ, ਕਿਉਂਕਿ ਕਰਮ ਸ਼ਬਦ ਫਾਰਸੀ ਦਾ ਹੈ, ਇਹਦਾ ਮਤਲਬ ਬਖਸ਼ਿਸ਼ ਹੁੰਦੀ ਹੈ। ਵੈਸੇ ਕਰਮ ਸ਼ਬਦ ਸੰਸਕ੍ਰਿਤ ਵਿੱਚ ਵੀ ਹੈ, ਉੱਥੇ ਕੰਮ ਕਰਨੇ ਨੂੰ ਕਰਮ ਕਹਿੰਦੇ ਆ। ਇਸ ਖੰਡ ਦੀ ਜਿਹੜੀ ਬਾਣੀ ਹੈ ਉਹ ਬਹੁਤ ਜ਼ੋਰਾਵਰ। ਉੱਥੇ ਹੋਰ ਕੋਈ ਨਹੀਂ ਹੁੰਦਾ ਸਿਵਾਏ ਭਗਤਾਂ ਤੋਂ, ਪਰਮਾਤਮਾ ਤੋਂ। ਦੋਨਾਂ ਦਾ ਉੱਥੇ ਵਾਸਾ ਹੁੰਦਾ, ਤ੍ਰੈਗੁਣੀ ਕੋਈ ਨਹੀਂ ਹੁੰਦਾ ਉਸ ਅਵਸਥਾ 'ਚ। ਤਿੱਥੈ ਜੋਧ ਮਹਾਬਲ ਸੂਰ, ਦੁਨਿਆਵੀ ਯੋਧੇ ਔਰ ਸੂਰਮੇ ਨਹੀਂ, ਜਿਨ੍ਹਾਂ ਨੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਿਆ ਹੁੰਦਾ, ਉਹ ਮਹਾਵੀਰ ਯੋਧੇ ਸੂਰਵੀਰ, ਜਿਨ੍ਹਾਂ ਦੇ ਵਿੱਚ ਰਾਮ ਭਰਪੂਰਤਾ ਨਾਲ ਰਿਹਾ, ਅੰਦਰ ਵਸਿਆ ਵਾ ਹੁੰਦਾ। ਤਿੰਨ ਮੈਂ ਰਾਮ ਰਿਹਾ ਭਰਪੂਰ। ਉਹਨਾਂ ਦਾ ਰੋਮ ਰੋਮ ਪਰਮਾਤਮਾ ਦੇ ਨਾਮ 'ਚ ਵਿੰਨਿਆ ਪਿਆ ਹੁੰਦਾ। ਸੀਤੇ ਪਰੋਤੇ ਪਏ ਹੁੰਦੇ ਉਹ, ਔਰ ਸਵਾਸਾਂ ਨਾਲ ਵੀ, ਨੇਤਰਾਂ ਨਾਲ ਵੀ, ਰੋਮਾਂ ਨਾਲ ਵੀ ਉਹ ਨਾਮ ਜਪਦੇ। ਤੇ ਉਹ ਪਰਮਾਤਮਾ ਦੀ ਜਿਹੜੀ, ਪਰਮਾਤਮਾ ਜਿਹੜਾ ਹੈ ਉਹ ਉਹਨਾਂ ਭਗਤਾਂ ਦੀ ਮਹਿਮਾ ਦੇ ਵਿੱਚ ਸੀਤਾ ਪਰੋਤਾ ਵਾ ਹੁੰਦਾ। ਪੀ ਮੈਂ ਰਾਮ ਕੇ ਰਾਮ ਮੈਂ ਪੀ। ਸਮਝ ਨਹੀਂ ਲੱਗਦੀ ਵੀ ਰਾਮ ਵਿੱਚ ਪਰਮਾਤਮਾ ਹੈ ਕਿ ਪਰਮਾਤਮਾ ਰਾਮ, ਭਗਤ ਪਰਮਾਤਮਾ ਵਿੱਚ ਹੈ ਕਿ ਪਰਮਾਤਮਾ ਭਗਤਾਂ ਵਿੱਚ। ਇੰਨਾ ਇੱਕ ਦੂਜੇ ਦੇ ਨਾਲ ਸੀਤੇ ਪਰੋਤੇ ਹੋ ਜਾਂਦੇ। ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦੀ ਕਿਆ ਵਡਿਆਈ ਕਰ ਸਕਦੇ ਹਾਂ, ਕਿਆ ਰੂਪ ਦੇ ਸਕਦੇ ਹਾਂ, ਇੱਕੋ ਤਾਂ ਹੋ ਜਾਂਦੇ ਹੋ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਨਾ ਉਹ ਮਰੇ ਨਾ ਠਾਗੇ ਜਾਹੇ, ਨਾ ਮਰਦੇ ਹੈ ਨਾ ਠੱਗ ਹੁੰਦੇ ਹੈ ਇਹਨਾਂ ਪੰਜਾਂ ਦੁਆਰਾ। ਦੁਨਿਆਵੀ ਠੱਗਣੇ ਵਾਲੀਆਂ ਗੱਲਾਂ ਨਹੀਂ ਹੈ ਉਰੇ। ਪਰਮਾਤਮਾ ਨੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਸ ਅਵਸਥਾ ਦੇ ਵਿੱਚ ਬਚਾਉਣਾ ਹੈ, ਅਮਰ ਕਰ ਦੇਣਾ। ਜਿਨ ਕੈ ਰਾਮ ਵਸੈ ਮਨ ਮਾਹੇ, ਜਿਹਦੇ ਅੰਦਰ ਰਾਮ ਦਾ ਨਾਮ ਵਸ ਗਿਆ, ਪਰਮਾਤਮਾ ਵਸ ਗਿਆ, ਇੱਕਮਿਕਤਾ ਹੋ ਗਈ। ਇਹ ਉਹਨਾਂ ਦੀ ਵਿਚਾਰ ਹੈ ਭਾਈ। ਤਿੱਥੈ ਭਗਤ ਵਸੈ ਕੇ ਲੋ, ਕਈਆਂ ਲੋਕਾਂ ਦੇ ਭਗਤ ਉੱਥੇ ਵਸਦੇ। ਕਰੈ ਆਨੰਦ ਸੱਚਾ ਮਨ ਸੋਏ, ਉਸ ਸੱਚੇ ਦੇ ਮਨ ਵਿੱਚ ਆਉਣ ਕਰਕੇ ਆਨੰਦ ਕਰਦੇ ਆ। ਆਨੰਦ ਸੁੱਖ ਨਹੀਂ, ਆਨੰਦ। ਸੱਚਖੰਡ ਵਸੈ ਨਿਰੰਕਾਰ, ਇਸੇ ਅਵਸਥਾ ਦੇ ਵਿੱਚ ਜਿੱਥੇ ਭਗਤ ਹੁੰਦੇ ਆ ਉੱਥੇ ਨਿਰੰਕਾਰ ਦਾ ਵਾਸਾ ਹੈ। ਔਰ ਉਹ ਆਪਣੇ ਭਗਤਾਂ ਨਾਲ ਖੁਸ਼ ਹੁੰਦਾ, ਉਹਨਾਂ ਨੂੰ ਨਿਹਾਲ ਕਰਦਾ ਹੈ, ਦੇਖ ਦੇਖ ਕੇ ਵਿਕਸਦਾ। ਤਿੱਥੈ ਖੰਡ ਮੰਡਲ ਬਰਭੰਡ, ਉੱਥੇ ਸਮਝ ਪੈ ਜਾਂਦੀ ਹੈ ਵੀ ਬੱਲੇ ਬੱਲੇ ਕਿੰਨੇ ਖੰਡ ਹੈ, ਮੰਡਲ ਹੈ, ਬਰਭੰਡ ਹੈ, ਬ੍ਰਹਿਮੰਡ ਹੈ। ਜੇ ਕੋਈ ਕਥੈ ਤਾਂ ਅੰਤ ਨਾ ਅੰਤ। ਜੇ ਕੋਈ ਕਹਿੰਦਾ ਵੀ ਹੈ ਵੀ ਕਿੰਨੇ ਕੁ ਹੈ,
ਫਿਰ ਵੀ ਨਹੀਂ ਕਹਿ ਸਕਦਾ, ਕਿਉਂਕਿ ਅੰਤ ਨਹੀਂ ਹੈ, ਉਹ ਬੇਅੰਤ ਹੈ। ਤਿੱਥੈ ਲੋ ਲੋ ਆਕਾਰ, ਬਹੁਤ ਆਕਾਰਾਂ ਦੇ ਲੋਕ ਹੈ, ਸ੍ਰਿਸ਼ਟੀਆਂ ਹੈ, ਧਰਤੀਆਂ ਹੈ। ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਜਿਵੇਂ ਜਿਵੇਂ ਉਹਨੇ ਲਾਏ ਹੋਏ ਆ ਉਸ ਤਰ੍ਹਾਂ ਕਾਰ ਕਮਾਈ ਜਾ ਰਹੀ ਹੈ। ਵੇਖੈ ਬਿਗਸੈ ਕਰ ਵਿਚਾਰ, ਪਰਮਾਤਮਾ ਆਪਣੀ ਕਰੀ ਹੋਈ ਨੂੰ ਦੇਖ ਕੇ ਜਿਵੇਂ ਬੈਠਾ ਵੇਖੈ ਵੱਖ ਇਕੇਲਾ ਬਿਗਸ ਰਿਹਾ, ਉਹਨਾਂ ਨੂੰ ਦੇਖ ਦੇਖ ਕੇ। ਨਾਨਕ ਕਥਨਾ ਕਰੜਾ ਸਾਰ, ਉਸ ਅਵਸਥਾ ਦਾ ਬਿਆਨ ਕਰਨਾ ਗੁਰੂ ਨਾਨਕ ਪਾਤਸ਼ਾਹ ਫਰਮਾਨੇ ਹੈ, ਧੰਨ ਧੰਨ ਗੁਰੂ ਨਾਨਕ ਦੇਵ ਜੀ, ਬਈ ਬਹੁਤ ਕਰੜਾ ਹੈ, ਲੋਹੇ ਵਾਂਗ ਕਰੜਾ ਹੈ। ਸਾਰ ਲੋਹੇ ਨੂੰ ਕਹਿੰਦੇ ਆ। ਇੰਨਾ ਔਖਾ ਹੈ ਬਿਆਨ ਕਰਨਾ ਜਿਵੇਂ ਲੋਹਾ ਹੁੰਦਾ ਚੱਬਣਾ। ਇਹ ਵਿਚਾਰ ਕੱਲ੍ਹ ਵੀ ਦਾਸ ਨੇ ਕਰੀ ਸੀਗੀ, ਕੁਛ ਨਾ ਕੁਛ ਤੁੱਛ ਬੁੱਧੀ ਅਨੁਸਾਰ। ਇਹ ਦੋਨੋਂ ਖੰਡ ਇੱਕੋ ਹੀ ਪੌੜੀ ਦੇ ਵਿੱਚ ਆ ਰਹੇ ਹੈ, ਕਰਮਖੰਡ ਵੀ ਅਤੇ ਸੱਚਖੰਡ ਵੀ। ਕਿਉਂਕਿ ਪਰਮਾਤਮਾ ਭਗਤਾਂ ਤੋਂ ਬਾਹਰ ਨਹੀਂ ਹੈ। ਜਿੱਥੇ ਭਗਤ ਹੋਣਗੇ ਉਹਦੇ ਚੌਥੇ ਗੁਣ ਵਾਲੇ ਜਾਂ ਪਰਮ ਪਦ ਵਾਲੇ, ਉੱਥੇ ਹੀ ਪਰਮਾਤਮਾ ਹੋਏਗਾ। ਤਾਂ ਹੀ ਤਾਂ ਫਿਰ ਉਸ ਅਵਸਥਾ ਵਿੱਚ ਜਾ ਕੇ ਕਹਿ ਹੋ ਜਾਂਦਾ ਬਈ ਮੇਰੀ ਬੰਦੀ ਭਗਤ ਛੁਡਾਵੈ, ਬੰਧੈ ਭਗਤ ਨਾ ਛੁਟੈ ਮੋਹਿ। ਜਬ ਮੋਹ ਕੋ ਏਕ ਸਮੇਂ ਗਏ ਬਾਂਧੈ, ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਜਾਂ ਫਿਰ ਕਬੀਰ ਜੀ ਕਿੰਨੇ ਪ੍ਰੇਮ ਦਾ ਭਿੱਜਿਆ ਹੋਇਆ ਵਚਨ ਕਰਦੇ ਹੈ, ਬਈ ਹੁਣ ਮੈਨੂੰ ਰਾਮ ਪਿੱਛੇ ਪਿੱਛੇ ਟੋਲਦਾ ਫਿਰਦਾ ਹੈ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਿਵੇਂ ਮਾਂ ਫਿਰਦੀ ਹੈ ਬੱਚੇ ਨੂੰ ਟੋਲਦੀ, ਇੱਕ ਨੇ ਪਰਮਾਤਮਾ ਭਗਤਾਂ ਨੂੰ ਟੋਲਦਾ ਫਿਰਦਾ ਹੈ। ਔਰ ਸਾਧ ਸੰਗਤ ਜੀ ਇਹ ਗੱਲ ਵੀ ਕੋਈ ਅੱਤ ਕਥਨੀ ਨਹੀਂ ਹੈ ਉਸ ਅਵਸਥਾ ਵਿੱਚ, ਬਈ ਭਗਤ ਨਹੀਂ ਅਸਲ 'ਚ ਉਹਨੂੰ ਯਾਦ ਕਰਦੇ, ਉਹ ਭਗਤਾਂ ਦੇ ਅੰਦਰ ਬੈਠ ਕੇ ਯਾਦ ਕਰਾ ਰਿਹਾ ਹੁੰਦਾ ਹੈ। ਉੱਥੇ ਦੋ ਰਹਿੰਦੇ ਹੀ ਨਹੀਂ, ਡੁਐਲਿਟੀ ਰਹਿੰਦੀ ਉਹ ਨਹੀਂ, ਵਨਨੈਸ ਹੋ ਜਾਂਦੀ ਹੈ। ਪਰਮਾਤਮਾ ਭਗਤ, ਭਗਤ ਪਰਮਾਤਮਾ। ਇਹ ਉਹ ਦੋ ਅਵਸਥਾ 37ਵੀਂ ਪੌੜੀ ਦੇ ਵਿੱਚ ਜ਼ਿਕਰ ਆਇਆ। ਤੋ ਜਿਹੜਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਚਾਰ ਲਾਵਾਂ ਜਾਂ ਸੂਫੀਆਂ ਨੇ ਚਾਰ ਅਵਸਥਾਵਾਂ ਦਾ ਜ਼ਿਕਰ ਕਰਿਆ ਹੈ, ਹੋ ਸਕਦਾ ਹੈ ਗੁਰੂ ਪਾਤਸ਼ਾਹ ਨੇ, ਭਾਵੇਂ ਉਰੇ ਦੇਖਣ ਨੂੰ ਲੱਗ ਰਿਹਾ ਵੀ ਪੰਜ ਖੰਡ ਹੈ, ਪਰ ਅਸਲ ਵਿੱਚ ਚਾਰ ਹੀ ਹੈ, ਕਿਉਂਕਿ ਪੌੜੀ ਤੋਂ ਪਤਾ ਲੱਗ ਰਿਹਾ ਇੱਕੋ ਅਵਸਥਾ ਦੇ ਵਿੱਚ ਆਏ। ਬੇਸ਼ੱਕ ਭਗਤਾਂ ਨੇ ਪਰਮਾਤਮਾ ਨੂੰ ਬੜਾ ਕਰਿਆ, ਕੋਈ ਡਾਊਟ ਨਹੀਂ ਹੈ, ਤੂੰ ਹੀ ਸਾਰਾ ਦਿਨ ਹੁੰਦੀ ਹੈ। ਪਰ ਫਿਰ ਵੀ ਇੰਨੀ ਵਡਿਆਈ ਭਗਤਾਂ ਨੂੰ ਦੇ ਦਿੱਤੀ ਹੈ ਵੀ ਰੱਬ ਤੁਹਾਡੇ ਤੋਂ ਵੱਖ ਨਹੀਂ ਹੈ ਭਾਈ। ਹਰ ਵਕਤ ਤੁਹਾਡੇ ਮਗਰ ਮਗਰ ਫਿਰਦਾ ਉਹ। ਤੁਸੀਂ ਉਹਨੂੰ ਟੋਲਦੇ ਸੀ, ਹੁਣ ਉਹ ਤੁਹਾਨੂੰ ਟੋਲਦਾ ਫਿਰਦਾ। ਇਹ ਪ੍ਰੇਮ ਹੈ, ਸਿਖਰ ਹੈ ਪ੍ਰੇਮ ਦੀ। ਬਾਕੀ ਕੱਲ੍ਹ ਨੂੰ ਅਗਲੀ ਵਿਚਾਰ ਕਰਾਂਗੇ, ਜੇ ਸਵਾਸ ਰਹੇ ਤਾਂ। ਕੋਈ ਅਪਸ਼ਬਦ ਦੀ ਖਿਮਾ ਦੀ ਯਾਚਨਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਜਤ ਪਹਾਰਾ ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗਰੁੱਪ ਮੈਂਬਰ ਸਾਹਿਬਾਨ, ਗੁਰਮੁਖੋ। 38ਵੀਂ ਪੌੜੀ ਲਾਸਟ ਜਪਜੀ ਸਾਹਿਬ ਜੀ ਦੀ। ਇਹਦੇ ਵਿੱਚ ਸੁਨਿਆਰੇ ਦੇ ਜਿਹੜੀ ਦੁਕਾਨ ਹੁੰਦੀ ਹੈ, ਜਿਹਨੂੰ ਅੱਗੇ ਕਾਰਖਾਨਾ ਵੀ ਕਹਿ ਦਿਆ ਕਰਦੇ ਸੀ ਛੋਟਾ ਜਿਹਾ, ਉਹਦਾ ਵਰਣਨ ਹੈ। ਸੱਚਾ ਆਚਰਨ ਘੜਨ ਵਾਸਤੇ, ਜ਼ਿੰਦਗੀ ਦਾ ਜਿਹੜਾ ਚੱਲਣ ਹੈ ਉਹਨੂੰ ਘੜਨ ਵਾਸਤੇ ਸੁਨਿਆਰੇ ਦੀ ਦੁਕਾਨ ਦਾ ਹਵਾਲਾ ਹੈ। ਜਤ ਪਹਾਰਾ, ਪਹਾਰਾ ਮੀਨਸ ਉਹ ਜਿਹੜਾ ਕਾਰਗਾ ਕਹਿੰਦੇ ਜਿਹਨੂੰ, ਜਿੱਥੇ ਬੈਠ ਕੇ ਸੁਨਿਆਰਾ ਕੰਮ ਕਰਦਾ, ਉਹ ਜਤ ਦੀ ਹੋਣੀ ਚਾਹੀਦੀ ਹੈ। ਜਤ ਹੁੰਦਾ ਇੰਦਰੀਆਂ ਉੱਪਰ ਕੰਟਰੋਲ ਕਰਨਾ। ਹੁਣ ਇਹ ਕੰਟਰੋਲ ਦੁਨਿਆਵੀ ਤੌਰ 'ਤੇ ਵੀ ਹੁੰਦਾ ਆ, ਜਿਵੇਂ 6 ਜਤੀ ਮਾਇਆ ਕੇ ਵੰਡਾ, ਪਰ ਗੁਰਬਾਣੀ ਨੇ ਫਰਮਾਇਆ ਵੀ ਉਹ ਵੀ ਮਾਇਆ ਦੇ ਵਿੱਚ ਸੀਗੇ, ਜਿਹੜੇ ਉਹਨੂੰ ਜਤੀ ਕਹਿੰਦੀ ਹੈ ਦੁਨੀਆ। ਜਤ ਤੋਂ ਮਤਲਬ ਇਹ ਨਹੀਂ ਵੀ ਅਸੀਂ ਕਾਮ ਵਾਸਨਾ ਦੇ ਕਰਕੇ ਆਪਣਾ ਬੀਰਜ ਨਹੀਂ ਨਿਕਲਣ ਦੇਣਾ ਹੈ, ਇਸ ਤਰ੍ਹਾਂ ਦਾ ਹੁੰਦਾ ਆ। ਇਹ ਦੁਨਿਆਵੀ ਖਿਆਲ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ।
ਕਬੀਰ ਜੀ ਦਾ ਫਰਮਾਨ ਹੈ, ਬਿੰਦ ਰਾਖੈ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਗੁਰਬਾਣੀ ਦਾ ਜਤ ਹੋਰ ਹੈ, ਸੰਜਮ ਚ ਰਹਿਣਾ। ਇਹ ਨਹੀਂ ਵੀ ਬਿਲਕੁਲ ਬੰਦ ਕਰ ਦੇਣਾ, ਨਾ ਬੰਦ ਹੋ ਹੀ ਸਕਦਾ, ਫਿਰ ਭਟਕੇਗਾ ਬੰਦਾ। ਇੱਕ ਔਰਤ ਜਾਂ ਇੱਕ ਮਰਦ ਦੇ ਉੱਤੇ ਸਬਰ ਕਰਨਾ, ਇਹ ਸਿੱਖੀ ਦਾ ਸਿਧਾਂਤ ਹੈ। ਬਿਲਕੁਲ ਪਰਹੇਜ਼ ਕਰਨਾ ਇਹ ਸਿਧਾਂਤ ਨਹੀਂ ਹੈ। ਕਿਸੇ ਚੀਜ਼ ਹੈ, ਬਲ ਹੈਗਾ, ਕਰ ਲਵੇ ਤਾਂ ਇਤਰਾਜ਼ ਵੀ ਕੋਈ ਨਹੀਂ, ਲੇਕਿਨ ਧੀਰਜ ਸੁਨਿਆਰਾ ਜਿਹੜਾ ਉਹ ਧੀਰਜ ਹੋਣਾ ਚਾਹੀਦਾ। ਧੀਰਜ ਬਣਾ ਲਈਏ ਅਸੀਂ ਸੁਨਿਆਰ ਦੀ ਤਰ੍ਹਾਂ। ਧੀਰਜ ਹੁੰਦਾ ਸਹਿਣਸ਼ੀਲਤਾ, ਡਰਾਮੇ ਨਾਲ ਗੱਲ ਕਰਨੀ, ਸੁਣਨੀ, ਵਿਚਾਰਨੀ, ਕੰਸੀਡਰੇਸ਼ਨ ਕਹਿੰਦੇ ਜਿਹਨੂੰ। ਐਰਣ ਮਤ ਵੇਦ ਹਥਿਆਰ। ਐਰਣ ਹੁੰਦਾ ਉਹ ਲੋਹਾ ਚੌਰਸ ਜਿਹਾ, ਇੱਕ ਘਣ ਜਿਹਾ ਜਿਹਦੇ ਉੱਤੇ ਰੱਖ ਕੇ ਲੋਹਾ ਕੁੱਟੀਦਾ ਹੈ। ਸਾਡੀ ਮੱਤ ਭਾਈ ਐਰਣ ਹੋਵੇ ਜਿਹਦੇ ਉੱਤੇ ਗਿਆਨ ਦੀਆਂ ਸੱਟਾਂ ਪੈਣ। ਹਥਿਆਰ ਹਥੌੜੇ ਨੂੰ ਕਹਿੰਦੇ। ਵੇਦ ਮੀਨਸ ਗਿਆਨ। ਉਸ ਗਿਆਨ ਦੀਆਂ ਸੱਟਾਂ ਸਾਡੀ ਮੱਤ ਪਰ ਪੈਣ। ਗੁਰਬਾਣੀ ਕਹਿ ਲਓ, ਗੁਰਬਾਣੀ ਦਾ ਹਥੌੜਾ ਬਣਾਈਏ, ਵਿਵੇਕ ਗਿਆਨ ਦਾ ਹਥੌੜਾ ਬਣਾਈਏ ਤੇ ਆਪਣੀ ਮੱਤ ਨੂੰ ਉਹਦੇ ਨਾਲ ਚੰਡੀਏ, ਘੜੀਏ। ਭਉ ਖੱਲਾ ਅਗਨ ਤਪਤਾਓ। ਕਈ ਵੀਰੇ ਨੂੰ ਖੱਲਾਂ ਵੀ ਪੜ੍ਹਦੇ ਆ, ਪਰ ਦੱਸ ਰਹੇ ਨੂੰ ਲੱਗਦਾ ਵੀ ਇਹ ਖੱਲਾ ਹੀ ਸ਼ਬਦ ਹੈ। ਭਉ ਦੀਆਂ ਯਾਨੀ ਡਰ ਦੀਆਂ, ਉਹ ਜਿਹੜੀ ਖੱਲ ਹੁੰਦੀ ਨਾ, ਇਸ ਤਰ੍ਹਾਂ ਹੱਥਾਂ 'ਚ ਘੁੱਟ ਕੇ ਉਹਦੇ ਨਾਲ ਹਵਾ ਭਰੀ ਜਾਂਦੀ ਹੁੰਦੀ ਸੀ। ਅਸੀਂ ਵੀ ਦੇਖਿਆ ਆਪਣੇ ਛੋਟੇ ਹੁੰਦੇ ਪਿੰਡ ਦੇ ਵਿੱਚ ਕਾਰਖਾਨਾ ਹੁੰਦਾ ਸੀ ਇੱਕ ਲੋਹਾਰਾਂ ਦਾ, ਉਹਦੇ ਵਿੱਚ ਇਸ ਤਰ੍ਹਾਂ ਦੀ ਉਹ ਧੌਂਕਣੀ ਜਿਹੀ ਹੁੰਦੀ ਸੀ, ਹਵਾ ਉਹਦੇ ਨਾਲ ਅੱਗ ਫਿਰ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਜਿਹੜਾ ਭਉ ਹੈ, ਡਰ ਹੈ, ਉਹਦੀਆਂ ਖੱਲਾਂ ਹੋਵਣ, ਖੱਲ ਹੋਵੇ। ਕਹਿਣ ਤੋਂ ਭਾਵ ਇਹ ਦੁਨਿਆਵੀ ਭਉ ਦੀ ਗੱਲ ਨਹੀਂ ਹੈ। ਜਿਹੜਾ ਨਿਰਮਲ ਭਉ ਹੈ ਉਹ ਖੱਲ ਹੋਵੇ ਸਾਡੀ, ਤੇ ਅਗਨ ਤਪਤਾਓ। ਜਿਹੜੇ ਸਰੀਰ ਨੂੰ ਤਾਪਣਾ ਹੈ, ਜਿਹੜਾ ਲੋਕ ਕਰਦੇ ਆ ਪਖੰਡ ਵਿੱਚ ਅਕਸਰ ਹੁੰਦਾ ਆਇਆ, ਹੁਣ ਵੀ ਹੈ, ਉਹ ਅਗਨੀ। ਤਪ ਕਿਹੜਾ ਹੈ? ਗੁਰ ਕੀ ਸੇਵਾ ਇਹ ਤਪ ਪ੍ਰਵਾਨ। ਉਹ ਤਪ ਨਹੀਂ ਜਿਹੜੇ ਆਪਣੇ ਸਰੀਰ ਨੂੰ ਯਾਤਨਾਵਾਂ ਦਿੰਦਾ ਬੰਦਾ, ਉਹ ਨਹੀਂ। ਜਿਹੜਾ ਆਪਣੇ ਇੰਦਰੀਆਂ ਨੂੰ ਰੋਕ ਕੇ ਰੱਖਣਾ, ਮਨ ਨੂੰ ਰੋਕ ਕੇ ਰੱਖਣਾ, ਇਹੀ ਤਪ ਹੈ। ਗੁਰੂ ਦੀ ਸੇਵਾ 'ਚ ਲਾ ਦੇਵੇ। ਨਿਮਰਤਾ 'ਚ ਆ ਕੇ ਸੰਗਤ ਦੀ ਸੇਵਾ, ਗੁਰੂ ਦੀ ਸੇਵਾ ਉਹ ਕਰੇ। ਇਹ ਸਾਰਾ ਪ੍ਰਸੰਗ ਹੈ ਸੁਨਿਆਰ ਦੀ ਦੁਕਾਨ ਦਾ। ਭਾਂਡਾ ਭਾਓ ਅੰਮ੍ਰਿਤ ਤਿਲ ਢਾਲ। ਭਾਂਡਾ ਪ੍ਰੇਮ ਦਾ ਹੋਵੇ, ਮਨ। ਭਾਂਡੇ ਤੋਂ ਮਤਲਬ ਹੈ ਮਨ ਹੋਵੇ ਪ੍ਰੇਮ ਵਾਲਾ। ਅੰਮ੍ਰਿਤ ਤਿਲ ਢਾਲ, ਉਹਦੇ ਵਿੱਚ ਫਿਰ ਅੰਮ੍ਰਿਤ ਪਵੇ। ਇਹ ਤੋਂ ਮੁਰਾਦ ਇਹ ਹੈ ਵੀ ਜਦੋਂ ਲੋਹਾਰ ਲੋਹੇ ਨੂੰ ਗਰਮ ਕਰਦਾ ਸੀ ਨਾ, ਫਿਰ ਉਹ ਪੰਗਲ ਜਾਂਦਾ ਸੀਗਾ, ਨਰਮ ਹੋ ਜਾਂਦਾ ਸੀ। ਸੱਟਾਂ ਮਾਰ ਕੇ ਉਹਨੂੰ ਜਿੱਧਰ ਨੂੰ ਮਰਜ਼ੀ ਢਾਲ ਲੈਂਦਾ ਸੀਗਾ। ਕਹੀ ਬਣਾਉਣੀ ਹੈ, ਕੋਹਲੀ ਬਣਾਉਣੀ ਹੈ, ਕੋਈ ਦਾਤੀ ਬਣਾਉਣੀ, ਖੁਰਪਾ ਬਣਾਉਣਾ, ਉਸ ਤਰ੍ਹਾਂ ਦਾ ਉਹ ਕਰ ਲੈਂਦਾ। ਤੋ ਇਹ ਪ੍ਰੇਮ ਦੇ ਭਾਂਡੇ ਵਿੱਚੋਂ ਹਥਿਆਰ ਹੋਵੇ ਗੁਰਬਾਣੀ ਦਾ, ਯਾਨੀ ਵਿਵੇਕ ਗਿਆਨ ਦਾ। ਮੱਤ ਨੂੰ ਬਣਾ ਲਈਏ ਆਪਣੀ ਅਹਿਰਣ ਲੋਹਾ, ਤੇ ਇਹਦੇ ਜੱਤ ਨੂੰ ਬਣਾ ਲਈਏ ਸੁਨਿਆਰ ਦਾ ਜਿਹੜਾ ਉਹ ਪਹਾਰਾ ਹੁੰਦਾ, ਕਰਗਾ। ਧੀਰਜ ਧਾਰਨ ਕਰ ਲਈਏ। ਫਿਰ ਸਾਡੇ ਭਾਂਡੇ ਦੇ ਵਿੱਚ, ਮਨ ਦੇ ਵਿੱਚ ਅੰਮ੍ਰਿਤ ਭਾਈ ਪਵੇਗਾ, ਨਾਮ ਰੂਪੀ ਅੰਮ੍ਰਿਤ। ਘੜੀਏ ਸ਼ਬਦ ਸੱਚੀ ਟਕਸਾਲ। ਜਿਸ ਤਰ੍ਹਾਂ ਇਹ ਸੁਨਿਆਰ ਘੜਦਾ ਹੈ ਕਿਸੇ ਵੀ ਵਸਤੂ ਨੂੰ, ਉਸ ਤਰ੍ਹਾਂ ਹੀ ਸਾਡਾ ਜਿਹੜਾ ਆਚਰਣ ਹੈ, ਫਿਰ ਇਹ ਸੱਚੀ ਟਕਸਾਲ ਦੇ ਵਿੱਚ ਘੜਿਆ ਜਾਂਦਾ ਹੈ। ਸੱਚੀ ਟਕਸਾਲ ਸੰਗਤ, ਗੁਰੂ ਕੀ ਸੰਗਤ, ਸੱਚੀ ਸੰਗਤ, ਸਤ ਸੰਗਤ। ਸੰਗਤਾਂ ਅੱਜ ਕੱਲ੍ਹ ਹੋਰ ਵੀ ਬਹੁਤ ਕੁਛ ਹੋ ਰਿਹਾ, ਉਹ ਸੰਗਤਾਂ ਨਹੀਂ ਹੈ ਅਸਲ 'ਚ। ਜਿਹੜੀ ਸੱਤ ਦੀ ਸੰਗਤ ਹੈ, ਜਿੱਥੇ ਇੱਕ ਦੀ ਗੱਲ ਹੁੰਦੀ ਹੈ, ਉਹੀ ਸੱਚੀ ਸੰਗਤ ਹੁੰਦੀ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਉੱਥੇ ਸਾਡਾ ਫਿਰ ਆਚਰਨ ਘੜ ਹੋ ਸਕਦਾ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਦੇ ਉੱਤੇ ਗੁਰੂ ਦੀ ਨਜ਼ਰ ਪੈ ਗਈ, ਕਰਮ ਪਰਮਾਤਮਾ ਨੇ ਕਰ ਦਿੱਤਾ, ਉਹੀ ਇਸ ਕਾਰ 'ਚ ਲੱਗਦੇ ਆ। ਜਿਹੜਾ ਸ਼ਬਦ
ਜਾਂ ਆਚਰਣ ਘੜਨ ਵਾਲੀ ਜਿਹੜੀ ਬਾਤ ਹੈ ਨਾ, ਇਹ ਉਹ ਲੱਗਦੇ ਆ ਜਿਨ੍ਹਾਂ ਦੇ ਉੱਤੇ ਉਹਦੀ ਨਜ਼ਰ ਪੈਂਦੀ ਹੈ। ਪਹਿਲਾਂ ਉਹ ਗੁਰੂ ਨੂੰ ਮਿਲਾਉਂਦਾ, ਇਹ ਉਹਦੀ ਬਖਸ਼ਿਸ਼ ਹੁੰਦੀ ਹੈ। ਫਿਰ ਗੁਰੂ ਆਪਣੀ ਨਜ਼ਰ ਦੇ ਨਾਲ ਸਾਨੂੰ ਘੜਦਾ ਹੈ। ਨਾਨਕ ਨਦਰੀ ਨਦਰ ਨਿਹਾਲ, ਉਹਦੀ ਨਦਰ ਦੇ ਨਾਲ ਹੀ ਨਿਹਾਲ ਹੋਈਦਾ ਹੈ, ਉਸ ਤੋਂ ਬਿਨਾਂ ਨਹੀਂ ਪੋਸੀਬਲ ਹੈ। ਗੁਰਪ੍ਰਸਾਦ ਅਟਮੋਸਟ ਜ਼ਰੂਰੀ ਹੈ, ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਹੈ, ਜੇ ਤਾਂ ਉਹ ਏਕੇ ਭਾਉ 'ਚ ਹੋ ਰਹੀ ਹੈ ਫਿਰ ਤਾਂ ਉਹ ਠੀਕ ਹੈ। ਜੇ ਆਮ ਤੌਰ 'ਤੇ ਦੂਜੇ 'ਚ ਹੋ ਰਿਹਾ ਸਾਰਾ ਕੁਝ, ਉਹ ਨਿਫਲ ਹੋ ਜਾਂਦਾ। ਫਿਰ ਵੀ ਚਾਹੇ ਏਕਾ ਭਾਵ 'ਚ ਵੀ ਹੋ ਰਿਹਾ, ਫਿਰ ਵੀ ਗੁਰੂ ਦੀ ਨਜ਼ਰ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਬੰਦਾ ਭਟਕ ਜਾਏਗਾ। ਥੋੜ੍ਹੀ ਜਿਹੀ ਸੋਭਾ ਹੋਣ ਲੱਗ ਗਈ, ਪੈਰ ਛੱਡ ਜਾਊਗਾ ਬੰਦਾ, ਉਲਟ ਜਾਊਗਾ ਸਾਰਾ ਸਿਲਸਿਲਾ ਉਹਦਾ। ਤੋ ਨਜ਼ਰ ਬਹੁਤ ਜ਼ਰੂਰੀ ਹੈ। ਨਜ਼ਰ ਵੀ ਤਾਂ ਮਤਲਬ ਇਹੀ ਹੈ ਵੀ ਗੁਰੂ ਨੇ ਹਉਮੈ ਤੋਂ ਦੂਰ ਰੱਖਣਾ ਬੰਦੇ ਨੂੰ। ਸਾਰੀ ਬਾਣੀ ਦਾ ਨਿਚੋੜ ਇਹੀ ਹੈ ਵੀ ਹੋਂ ਦੇ ਵਿੱਚ ਬੰਦਾ ਗਲਤਾਨ ਹੈ, ਹੋਂ ਨੂੰ ਬਚਾ ਕੇਵਲ ਗੁਰੂ ਸਕਦਾ ਹੋਂ ਤੋਂ, ਹੋਰ ਕੋਈ ਰਸਤਾ ਨਹੀਂ ਹੈ। ਚੰਗੇ ਕਰਮਾਂ ਦੀ ਵੀ ਹੋਂ ਹੁੰਦੀ ਹੈ, ਜਿਹਨੂੰ ਕਹਿੰਦੇ ਆਪਾਂ ਸੁਕ੍ਰਿਤ ਅਨਰਥ। ਕੱਲ ਵਿਚਾਰ ਕਰੀ ਸੀਗੀ, ਚੰਗਿਆਂ ਕੰਮਾਂ ਦੀ ਬਲਕਿ ਹੋਂ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਸੋਭਾ ਮਿਲਦੀ ਹੈ ਉਹਦੇ ਨਾਲ ਸੰਸਾਰ ਦੀ। ਉਹ ਤੋਂ ਬਚਣਾ ਭਾਈ, ਉਹ ਤੋਂ ਇੱਕੋ ਚੀਜ਼ ਬਚਾ ਸਕਦੀ ਹੈ ਸਾਨੂੰ, ਗੁਰੂ ਦੀ ਨਜ਼ਰ, ਗੁਰਬਾਣੀ ਦੀ ਨਜ਼ਰ। ਕੋਈ ਕਹਿ ਸਕਦਾ ਵੀ ਗੁਰਬਾਣੀ ਦੀ ਨਜ਼ਰ ਕਿਹੜੀ ਹੈ? ਉਹ ਭਾਈ ਇਹ ਗੱਲਾਂ ਸਮਝਣ ਵਾਲੀਆਂ ਸਬਜੈਕਟਿਵ ਹੈ। ਗੁਰਬਾਣੀ ਦੀ ਨਜ਼ਰ ਹੁੰਦੀ ਹੈ, ਗੁਰਬਾਣੀ ਗੁਰੂ ਹੈ, ਗੁਰੂ ਦੀ ਨਜ਼ਰ ਹੁੰਦੀ ਹੈ। ਗੁਰੂ ਦੇ ਚਰਨ ਵੀ ਇਸ ਤਰ੍ਹਾਂ ਦੀ ਉਹ ਬਾਤ ਹੈ। ਇਹ ਸਬਜੈਕਟਿਵ ਚੀਜ਼ਾਂ ਨੂੰ ਸਬਜੈਕਟਿਵਲੀ ਉਹ ਲੈਣਾ, ਓਬਜੈਕਟਿਵਲੀ ਨਹੀਂ ਦੇਖਣਾ ਹੁੰਦਾ ਕਦੇ ਵੀ। ਰੱਬ ਨੂੰ ਓਬਜੈਕਟਿਵ ਕਰਕੇ ਦੇਖਾਂਗੇ ਤਾਂ ਗੱਲ ਸਮਝ ਨਹੀਂ ਆਏਗੀ, ਭਟਕ ਜਾਵਾਂਗੇ। ਮਨ ਹੈ, ਮਨ ਕਿਹਨੂੰ ਦਿਖਦਾ? ਇਹ ਵੀ ਸਬਜੈਕਟਿਵ ਹੈ, ਆਤਮਾ ਵੀ ਸਬਜੈਕਟਿਵ ਹੈ। ਇਹਨਾਂ ਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਜਿਵੇਂ ਇਹ ਹੈ। ਓਬਜੈਕਟਿਵ ਚੀਜ਼ਾਂ ਨੂੰ ਸਾਇੰਸ ਖੋਜ ਲਊਗੀ, ਸਬਜੈਕਟਿਵ ਨੂੰ ਕਿੱਥੋਂ ਖੋਜੂਗੀ? ਕਿੱਥੋਂ ਮਨ ਟੋਲ ਕੇ ਲਿਆਊ, ਕਿੱਥੋਂ ਆਤਮਾ, ਕਿੱਥੋਂ ਰੱਬ ਟੋਲ ਕੇ ਲਿਆਊ? ਇਸ ਕਰਕੇ ਇਹਨਾਂ ਨੂੰ ਉਸ ਲਹਿਜੇ 'ਚ ਲੈਣਾ ਚਾਹੀਦਾ। ਇੱਕ ਵਿਚਾਰ ਦਾਸਰੇ ਨੂੰ ਅੱਜ ਬਹੁਤ ਸਾਰੀਆਂ ਵਿਚਾਰਾਂ ਸੀਗੀਆਂ ਸੁਣਨੀਆਂ, ਅੱਧ ਪਚਾਦੇ ਸੁਣ ਹੋਈਆਂ। ਇੱਕ ਵਿਚਾਰ ਆ ਰਹੀ ਸੀਗੀ ਸ਼ਬਦ ਅਤੇ ਨਾਮ ਦੀ। ਸਾਧ ਸੰਗਤ ਜੀਓ, ਗੁਰਮੁਖ ਜਨੋ, ਸ਼ਬਦ ਦਾ ਆਪਣਾ ਮਹਾਤਮ ਹੈ, ਨਾਮ ਦਾ ਉਸ ਤੋਂ ਵੀ ਜ਼ਿਆਦਾ ਆਪਣਾ ਮਹਾਤਮ ਹੈ। ਕਿਵੇਂ? ਨਾਮ ਦੇ ਵਿੱਚੋਂ, ਗੁਰਮੁਖਾਂ ਦੇ ਹਿਰਦੇ 'ਚੋਂ, ਧੁਰ ਤੋਂ ਸ਼ਬਦ ਪ੍ਰਗਟ ਹੋਇਆ ਹੈ। ਇਹੀ ਸ਼ਬਦ ਸਾਨੂੰ, ਆਮ ਲੋਕਾਂ ਨੂੰ, ਪਰਮਾਤਮਾ ਦੇ ਨਾਲ ਮਿਲਾਉਂਦਾ ਹੈ ਨਾਮ ਪ੍ਰਗਟ ਕਰਕੇ। ਇੱਕ ਤੁਕ ਹੈ ਗੁਰਬਾਣੀ 'ਚ, ਮਹਾਂਵਾਕ ਹੈ, ਨਾਮੇ ਲਾਏ ਨਿਖਾਰਿਅਨ, ਸ਼ਬਦੇ ਲਏ ਮਿਲਾਏ। ਸ਼ਬਦ ਦੇ ਰਾਹੀਂ ਸਾਡਾ ਮਿਲਾਪ ਹੁੰਦਾ ਹੈ। ਸ਼ਬਦ ਗੁਰੂ ਹੈ, ਗੁਰੂ ਦੇ ਰਾਹੀਂ ਸਾਡਾ ਮਿਲਾਪ ਹੁੰਦਾ ਹੈ। ਨਿਖਾਰ ਨਾਮ ਨਾਲ ਆਉਂਦਾ ਹੈ, ਕਿਉਂਕਿ ਸ਼ਬਦ ਨੇ ਨਾਮ ਪੈਦਾ ਕਰਨਾ ਅੰਦਰ। ਆਪਾਂ ਜਿੰਨੀ ਵੀ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਮੁਬਾਰਕ ਹੈ। ਭਾਵਨਾ ਨਾਲ ਜਿੰਨੀ ਵੀ ਕਰਦੇ ਹਾਂ, ਚਾਹੇ ਇੱਕ ਤੁਕ ਪੜ੍ਹਦੇ ਹਾਂ, ਚਾਹੇ ਇੱਕ ਓਂਕਾਰ ਦੇ ਉੱਤੇ ਸੋਚ ਇਕੱਠੀ ਕਰਦੇ ਹਾਂ, ਚਾਹੇ ਸਾਰੀ ਬਾਣੀ ਪੜ੍ਹਦੇ ਹਾਂ, 5 ਪੜ੍ਹਦੇ ਹਾਂ, ਕਿੰਨੀਆਂ ਵੀ ਪੜ੍ਹਦੇ ਹਾਂ। ਗਿਣਤੀ ਦਾ ਕੋਈ ਬਹੁਤਾ ਮਤਲਬ ਨਹੀਂ। ਗਿਣਤੀ ਹੈ ਡੁਐਲਿਟੀ 'ਚ। ਗਿਣਤੀ ਗਣੀ ਨਹੀਂ ਕੋਈ ਛੂਟੈ, ਕਾਚੀ ਗਾਗਰ ਸਰ ਪਰ ਫੁੱਟੈ। ਗਿਣਤੀਆਂ ਨਾਲ ਕੋਈ ਤਲਕ ਨਹੀਂ ਇਹਦਾ, ਇਹ ਭਾਵਨਾ ਦੀ ਗੱਲ ਹੈ। ਭਾਵਨਾ ਦੇ ਵਿੱਚ 5 ਬਾਣੀਆਂ ਵੀ ਕਰੀਆਂ ਜਾ ਸਕਦੀਆਂ, 10 ਵੀ ਕਰੀਆਂ ਜਾ ਸਕਦੀਆਂ, ਜਿੰਨੀ ਮਰਜ਼ੀ ਪੜ੍ਹੋ, ਅੱਛੀ ਉਹ ਗੱਲ ਹੈ। ਬਿਨਾਂ ਭਾਵਨਾ ਤੋਂ ਫਿਰ ਗੱਲ ਨਹੀਂ ਬਣਨੀ। ਪੜ੍ਹਨਾ ਨਾ ਪੜ੍ਹਨੇ ਦਾ ਕੋਈ ਮਤਲਬ ਨਹੀਂ। ਗੁਰਬਾਣੀ ਦੇ ਹਰ ਗੱਲ ਨੂੰ ਭਾਵਨਾ ਨਾਲ ਜੋੜ ਕੇ ਦੇਖਿਆ ਜਾਂਦਾ ਵੀ ਇਹਦੀ ਨੀਤੀ ਕਿਆ ਹੈ, ਇਹਦੀ ਅੰਦਰ ਮਨਸ਼ਾ ਕਿਆ ਹੈ। ਮਨਸ਼ਾ ਨੇਕ ਹੈ, 20 ਪੜ੍ਹ ਲਓ, 50 ਪੜ੍ਹ ਲਓ, ਸਾਰੀ ਪੜ੍ਹ ਲਓ, ਕੋਈ ਇਤਰਾਜ਼ ਨਹੀਂ। ਨਹੀਂ ਮਨਸ਼ਾ ਠੀਕ ਹੈ, ਡੁਐਲਿਟੀ 'ਚ ਕਰਦਾ ਬੰਦਾ, ਕਿਸੇ ਮਕਸਦ ਨੂੰ ਲੈ ਕੇ ਕਰ ਰਿਹਾ, ਦੁਨਿਆਵੀ ਮਕਸਦ ਨੂੰ, ਉਹ ਫਲੀਭੂਤ ਨਹੀਂ ਹੁੰਦਾ ਭਾਈ। ਗੁਰਬਾਣੀ ਦਾ ਸਿਧਾਂਤ ਨਹੀਂ ਹੈ, ਪ੍ਰੇਮ ਹੈ। ਸਾਡੀ ਭਾਵਨਾ ਨੇਕ ਹੋਣੀ ਚਾਹੀਦੀ ਹੈ। ਤੋ ਸ਼ਬਦ ਦਾ ਜਿਹੜਾ ਸਾਡਾ ਸ਼ਬਦ ਹੈ, ਗੁਰਬਾਣੀ ਹੈ, ਇਹ ਸਾਡੇ ਅੰਦਰ ਨਾਮ ਪੈਦਾ ਕਰਦਾ ਹੈ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਬਾਰ ਬਾਰ ਜਪਣ ਦਾ ਉਪਦੇਸ਼ ਹੈ। ਕੱਲੀ ਵਿਚਾਰ ਬਹੁਤ ਉੱਤਮ ਹੈ। ਵਿਚਾਰ ਤੋਂ ਬਿਨਾਂ ਨਾਮ ਪੈਦਾ ਨਹੀਂ ਹੋਣਾ ਅੰਦਰ।
ਹਾਂ, ਉਹ ਗੱਲ ਜੁਦੀ ਹੈ ਵੀ ਪਰਮਾਤਮਾ ਦਾ ਡੋਮੇਨ ਤਾਂ ਐਡਾ ਬੜਾ ਹੈ, ਗੁਰਬਾਣੀ ਦਾ ਜਿਹੜਾ ਗੁਰੂ ਦੇ ਰੂਪ ਚ ਐਡਾ ਬੜਾ ਡੋਮੇਨ ਹੈ, ਕਿਸੇ ਤੇ ਵੀ ਬਖਸ਼ਿਸ਼ ਕਰ ਦੇਵੇ। ਬੱਕਰੇ ਵੱਢਣ ਵਾਲੇ ਤੇ ਵੀ ਕਰ ਸਕਦਾ ਹੈ, ਲੁਟੇਰੇ ਦੇ ਪਰ ਵੀ ਕਰ ਸਕਦਾ। ਪਰ ਜਿਹੜਾ ਸਾਨੂੰ ਸਿਧਾਂਤ ਦਿੱਤਾ ਗੁਰੂ ਸਾਹਿਬ ਨੇ ਉਹ ਇਹੀ ਹੈ ਵੀ ਗੁਰਬਾਣੀ ਦੀ ਵਿਚਾਰ ਵਿੱਚੋਂ ਬੰਦੇ ਦੇ ਅੰਦਰ ਨਾਮ ਪੈਦਾ ਹੁੰਦਾ। ਜਦੋਂ ਨਾਮ ਪੈਦਾ ਹੋ ਗਿਆ ਤਾਂ ਨਾਮ ਦੇ ਨਾਲ ਫਿਰ ਸਾਰੀਆਂ ਇੰਨੀਆਂ ਬਰਕਤਾਂ ਆ ਜਾਂਦੀਆਂ ਵੀ ਜਿਹੜੀ ਡੁਐਲਿਟੀ ਆ ਉਹ ਨਿਕਲ ਜਾਂਦੀ ਹੈ। ਜਪ ਤਪ ਸੰਜਮ ਸਭ ਨਾਮ ਹੈ, ਨਾਮ ਤੋਂ ਬਿਨਾਂ ਇਹ ਕੁਛ ਵੀ ਨਹੀਂ ਹੈ, ਇਹ ਦੁਨਿਆਵੀ ਰਹਿ ਜਾਂਦੀਆਂ, ਫਿਰ ਡੁਐਲਿਟੀ ਰਹਿ ਜਾਂਦੀ ਹੈ। ਜਿੱਦਣ ਨਾਮ ਪੈਦਾ ਹੋ ਗਿਆ ਸਾਰਾ ਕੁਛ ਨਾਮ, ਹਾਥੀ ਦੀ ਪੈੜ 'ਚ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ। ਜਿੰਨਾ ਚਿਰ ਨਾਮ ਅੰਦਰ ਨਹੀਂ ਪੈਦਾ ਹੁੰਦਾ ਉਨਾ ਚਿਰ ਸ਼ੰਕੇ, ਹੋਰ ਬਲਬਲੇ, ਪਤਾ ਨਹੀਂ ਕਿਆ ਕਿਆ ਮਨ ਵਿੱਚ ਹੁੰਦਾ ਰਹਿੰਦਾ। ਸਵਾਲ ਖੜੇ ਹੋਈ ਜਾਂਦੇ, ਇੱਕ ਦਾ ਜਵਾਬ ਨਹੀਂ ਮਿਲਦਾ, ਦੋ ਹੋਰ ਖੜ ਜਾਂਦੇ, ਚਾਰ ਖੜ ਜਾਂਦੇ ਆ ਕੇ। ਨਾਮ ਦੇ ਨਾਲ ਇਹ ਸਾਰੇ ਜਿਹੜਾ ਮਨ ਇੰਡੀਆ ਵਿੱਚ ਬਲਬਲੇ ਜਾਂ ਸਵਾਲ ਉੱਠਦੇ ਸਾਰੇ ਬੁੱਝ ਜਾਂਦੇ, ਖਤਮ ਹੋ ਜਾਂਦੇ। ਬਸ ਹੁਣ ਪਤਾ ਲੱਗ ਜਾਂਦਾ ਨਾਮੀ ਨੂੰ ਵੀ ਸਭ ਕੁਝ ਤੂੰ ਹੀ ਤਾਂ ਹੈ। ਸੋ ਵਿਚਾਰ ਦਾ ਆਪਣਾ ਮਹੱਤਵ ਹੈ ਕਿਉਂਕਿ ਨਾਮ ਪੈਦਾ ਕਰਦੀ ਹੈ, ਲੇਕਿਨ ਨਾਮ ਦਾ ਸਬਸਟੀਚਿਊਟ ਕੋਈ ਨਹੀਂ ਹੈ। ਕੇਵਲ ਵਿਚਾਰ ਕਰਨੀ, ਜੋ ਜਿਵੇਂ ਅੱਜ ਕੱਲ੍ਹ ਜਗਤ ਵਿੱਚ ਹੋ ਰਿਹਾ ਹੈ, ਅੱਛਾ ਕਰਮ ਅੱਛਾ ਹੈ, ਕਰਮ ਬੁਰਾ ਨਹੀਂ ਹੈ, ਨੋਬਲ ਕਰਮ ਹੈ। ਪਰ ਜਿੰਨਾ ਚਿਰ ਨਾਮ ਨਹੀਂ ਨਾ ਪੈਦਾ ਹੋਇਆ ਉਨਾ ਚਿਰ ਅਜੇ ਗੱਲ ਬਣੀ ਨਹੀਂ। ਬਾਣੀ ਦੀ ਵਿਚਾਰ ਨੇ ਨਾਮ ਹੀ ਪੈਦਾ ਕਰਨਾ ਬੰਦੇ ਦੇ ਅੰਦਰ, ਔਰ ਨਾਮ ਜਦੋਂ ਪੈਦਾ ਹੋ ਗਿਆ ਫਿਰ ਨਿਹਾਲ ਨਿਹਾਲ ਨਿਹਾਲ। ਨਾਮ ਪੈਦਾ ਹੋਏ ਤੋਂ ਬਾਅਦ ਹੀ ਪਰਮਾਤਮਾ ਦੇ ਅੰਤਰ ਆਤਮੇ 'ਚ ਦਰਸ਼ਨ ਹੋਣੇ। ਨਾਮ ਪੈਦਾ ਹੋਣਾ ਚੌਥੇ ਗੁਣ ਦੀ ਨਿਸ਼ਾਨੀ ਹੈ, ਸ਼ੁਰੂਆਤ ਦੀ। ਉਸ ਤੋਂ ਬਾਅਦ ਫਿਰ ਜਦੋਂ ਸਾਕਸ਼ਾਤ ਦਰਸ਼ਨ ਹੋ ਜਾਣਗੇ ਕਿਸੇ ਵੀ ਰੂਪ 'ਚ ਪਰਮਾਤਮਾ ਦੇ, ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਪਰਮ ਪਦ ਦੀ ਅਵਸਥਾ ਉਦੋਂ ਬਣਦੀ। ਬਾਣੀ ਚੌਥੇ ਪਦ ਦੀ ਸ਼ੁਰੂਆਤ ਵਿੱਚ ਵੀ ਉਚਾਰੀ ਗਈ ਹੈ, ਪਰਮ ਪਦ ਵਿੱਚ ਤਾਂ ਹਈਓ ਹੈ। ਇਹ ਭਗਤਾਂ ਨੇ ਆਪ ਹੀ ਸੰਕੇਤ ਦਿੱਤੇ ਹੈ ਵੀ ਜਦੋਂ ਅਸੀਂ ਚੌਥੇ ਪਦ 'ਚ ਗੁਜ਼ਰ ਰਹੇ ਸੀਗੇ ਉਦੋਂ ਵੀ ਬਾਣੀ ਉਚਾਰੀ ਹੈ। ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਜਦੋਂ ਹਾਥੀ ਦੇ ਪੈਰਾਂ 'ਚ ਕਬੀਰ ਜੀ ਨੂੰ ਸਿੱਟਿਆ ਸੀ, ਉਸ ਅਵਸਥਾ ਦਾ ਸ਼ਬਦ ਹੈ। ਜਦੋਂ ਫਿਰ ਪ੍ਰਾਪਤੀ ਹੋ ਗਈ ਪਰਮ ਪਦ ਦੀ, ਫਿਰ ਦੋਏ ਦੋਏ ਲੋਚਨ ਪੇਖਾਂ, ਹੋਂ ਹਰ ਬਿਨ ਔਰ ਨਾ ਦੇਖਾਂ। ਫਿਰ ਪ੍ਰਾਪਤੀ ਤੋਂ ਫਿਰ ਪਰਮ ਪਦ, ਉਸ ਅਵਸਥਾ ਵਿੱਚ ਤਾਂ ਫਿਰ ਗੁਰੂ ਸਾਹਿਬਾਨ ਪਹਿਲਾਂ ਹੀ ਹੈ। ਸਾਰੀ ਬਾਣੀ ਉਹਨਾਂ ਨੇ ਪਰਮ ਪਦ 'ਚੋਂ ਉਚਾਰੀ ਹੋਈ ਹੈ। ਸਾਧ ਸੰਗਤ ਜੀਓ, ਨਾਮ ਦਾ ਕੋਈ ਸਬਸਟੀਚਿਊਟ ਨਹੀਂ ਹੈ, ਇਹ ਗੱਲ ਨੂੰ ਮੰਨ ਕੇ ਚੱਲਣਾ ਪਊਗਾ ਜੇ ਗੁਰਬਾਣੀ ਦਾ ਸਿਧਾਂਤ ਸਮਝ ਆ ਗਿਆ। ਦੇਖੋ, ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗਾਂ ਜਾਉ, ਪੇਖਤ ਹੀ ਪੁਨੀਤ ਹੋਏ, ਭੇਂਟਤ ਜਪੀਐ ਨਾਉ। ਸੰਤ ਦੇ ਦਰਸ਼ਨ ਕਰਨ ਨਾਲ ਹੀ ਬੰਦਾ ਪੁਨੀਤ ਹੋ ਜਾਂਦਾ, ਗੁਰਬਾਣੀ ਫਰਮਾ ਰਹੀ ਹੈ। ਕਿਉਂਕਿ ਉਹਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਅੰਦਰ ਆ ਜਾਂਦੀ ਹੈ, ਉਹਦੇ ਆਭਾ ਕਰਕੇ ਸਾਡਾ ਜਿਹੜਾ ਮਨ ਹੈ ਉਹ ਉਹਦੇ ਦਾਇਰੇ ਵਿੱਚ ਆ ਜਾਂਦਾ ਤੇ ਸਾਡੇ ਅੰਦਰ ਵੀ ਟਰਾਂਸਫਾਰਮੇਸ਼ਨ ਸ਼ੁਰੂ ਹੋ ਜਾਂਦੀ ਹੈ। ਚਾਹੇ 10,000 ਮੀਲ ਤੇ ਵੀ ਹੋਈਏ, ਇਹ ਵਾਈਬ੍ਰੇਸ਼ਨ ਉੱਥੇ ਵੀ ਪਹੁੰਚ ਸਕਦੀ ਹੈ। ਇੱਕ ਦਿਨ ਪਹਿਲਾਂ ਵਿਚਾਰ ਕਰੀ ਹੋਈ ਸੀ ਸ਼ਿਵ ਪੁਰਾਣ ਦੇ ਆਧਾਰ ਤੇ। ਤੋ ਇਹ ਜਿਹੜਾ ਸੰਤ ਦਾ ਮਾਰਗ ਹੈ ਇਹ ਸਭ ਤੋਂ ਸ੍ਰੇਸ਼ਟ ਮਾਰਗ ਹੈ ਗੁਰਬਾਣੀ 'ਚ। ਸੰਤ ਕੌਣ ਹੈ? ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ। ਜਿਹਦੇ ਅਜੇ ਨਾਮ ਨਹੀਂ ਚੱਲਿਆ, ਹਾਲੇ ਬਾਹਰ ਦੇ ਕਰਮੇ ਕਰ ਰਿਹਾ, ਜਿਵੇਂ ਧਾਰਮਿਕ ਸਥਾਨਾਂ ਦੀ ਸੇਵਾ ਕਰਾ ਰਿਹਾ, ਹੋਰ ਲੰਗਰ ਚਲਾ ਰਿਹਾ, ਕੁਛ ਵੀ ਕਰ ਰਿਹਾ, ਉਹ ਬਾਹਰ ਦੇ ਸੰਸਾਰੀ ਉਹਦੀ ਪਿੱਛੇ ਭਾਵਨਾ ਵੀ ਹੋਰ ਵੀ ਹੋ ਸਕਦੀ ਹੈ, ਜਿਵੇਂ ਸੱਜਣ ਦੀ ਸੀਗੀ ਠੱਗ ਦੀ, ਜਿਹੜਾ ਬਾਅਦ 'ਚ ਸੰਤ ਬਣਿਆ। ਪਰ ਜੇ ਉਹ ਨਾਮ ਚੋਂ ਨਿਕਲ ਰਹੀ ਹੈ ਸੇਵਾ, ਜਿਹੜੀ ਇਸ ਤਰ੍ਹਾਂ ਦੀ ਉੱਤਮ ਸੇਵਾ ਹੈ, ਉਹਦੀ ਕੋਈ ਰੀਸ ਨਹੀਂ ਹੈ। ਪਰ ਨਾਮ ਮਸਟ ਹੈ, ਨਾਮ ਤੋਂ ਬਿਨਾਂ ਬੰਦੇ ਦਾ ਆਧਾਰ ਨਹੀਂ ਹੋ ਸਕਦਾ। ਹੁਣ ਕਈ ਇਸ ਤਰ੍ਹਾਂ ਵੀ ਆਉਂਦੀਆਂ ਵਿਚਾਰਾਂ, ਕੱਲ ਪਰਸੋਂ ਵੀ ਕਿਸੇ ਨੇ ਦਿੱਲੀ ਤੋਂ ਪੁੱਛਿਆ ਸੀ ਵੀ ਨਾਮ ਕਿਹਨੂੰ ਕਹਿੰਦੇ। ਉਹ ਸਮਝਦੇ ਆ ਵੀ ਨਾਮ ਰਟਣ ਹੈ ਹੀ ਨਹੀਂ ਹੈ, ਬਈ ਬਸ ਚੰਗੇ ਕੰਮ ਕਰੋ ਇਹੀ ਨਾਮ ਹੈ, ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਇਹੀ ਨਾਮ ਹੈ। ਨਹੀਂ ਭਾਈ, ਇਹ ਨਾਮ ਨਹੀਂ ਹੈ, ਇਹ ਤਾਂ ਸਗੋਂ ਹਉਮੈ ਦਾ ਪ੍ਰਗਟਾਵਾ ਹੈ। ਇਹ ਬਾਣੀ ਦੀ ਜਿਹੜੀ ਉੱਪਰਲੀ ਵਿਚਾਰ ਹੈ ਉਹਦੇ 'ਚ ਵੀ ਪ੍ਰਗਟ ਹੁੰਦੀਆਂ ਗੱਲਾਂ। ਬਾਣੀ ਦੇ ਇੱਕ ਦੋ ਤੁਕਾਂ ਲੈ ਕੇ ਉੱਧਰ ਨੂੰ ਹੋ ਜਾਂਦਾ ਮਨ ਬੰਦੇ ਦਾ, ਜਿਹੜੀਆਂ ਮੇਨ ਗੱਲਾਂ ਉਹ ਛੱਡ ਜਾਂਦਾ, ਕਿਉਂਕਿ ਆਪਣੇ ਨਾਲ ਜੋੜਦਾ ਬੰਦਾ ਵੀ ਮੈਂ ਵੀ ਤਾਂ ਠੀਕ ਹੈ,
ਮੈਨੂੰ ਪਤਾ ਲੱਗ ਗਿਆ ਇਹਨਾਂ ਗੱਲਾਂ ਦਾ ਗੁਰਬਾਣੀ ਚੋਂ, ਮੈਂ ਵੀ ਮੇਰੀ ਅਵਸਥਾ ਵੀ ਬਣ ਗਈ। ਨਹੀਂ ਬਣਦੀ ਹੁੰਦੀ ਹੈ ਅਸਲ 'ਚ। ਨਾਮ ਬਹੁਤ ਉੱਚੀ ਵਸਤੂ ਹੈ, ਦੁਰਲੱਭ ਨਾਇਆਬ ਵਸਤੂ ਹੈ। ਇਹ ਗੁਰੂ ਤੋਂ ਮਿਲਦੀ ਹੈ, ਗੁਰਬਾਣੀ ਤੋਂ ਮਿਲਣੀ ਹੈ। ਗੁਰਬਾਣੀ ਪੜ੍ਹਨ ਸੁਣਨ ਨਾਲ ਨਹੀਂ, ਗੁਰਬਾਣੀ ਦੀ ਬਖਸ਼ਿਸ਼ ਨਾਲ। ਇੱਥੇ ਫੇਰ ਭੇਦ ਰੱਖਿਆ ਵਾ ਗੁਰੂ ਸਾਹਿਬ ਨੇ। ਗੁਰਬਾਣੀ ਦੀ, ਗੁਰੂ ਦੀ ਬਖਸ਼ਿਸ਼ ਹੋਰ ਚੀਜ਼ ਹੈ। ਗੁਰੂ ਕੋਲ ਜਾਣਾ ਆਉਣਾ, ਬੈਠ ਜਾਣਾ, ਸਾਰਾ ਦਿਨ ਉਹਦੇ ਕੋਲ ਵੀ ਰਹਿਣਾ, ਤਾਂ ਇਹ ਹੋਰ ਚੀਜ਼ ਹੈ। ਜਿਵੇਂ ਲੋਹਾ ਬੇੜੀ ਦੇ ਕੋਲ ਪਿਆ ਰਹਿੰਦਾ, ਬੇੜੀ ਉੱਧਰ ਉੱਧਰ ਆਈ ਜਾਈ ਜਾਂਦੀ ਹੈ, ਲਗਭਗ ਸੰਗਤੇ ਆ ਉਹਨੂੰ, ਨੇੜੇ ਹੀ ਰਹਿੰਦਾ, ਪਰ ਨਹੀਂ ਪ੍ਰਾਪਤੀ ਹੁੰਦੀ। ਸਤਿਗੁਰੂ ਦੇ ਕੋਲ ਵੀ ਜੇ ਅਸੀਂ ਬੈਠੇ ਰਹੀਏ ਤਾਂ ਵੀ ਪ੍ਰਾਪਤੀ ਨਹੀਂ ਹੋਣੀ ਹੈ। ਗੁਰੂ ਦੀ ਬਖਸ਼ਿਸ਼ ਹੋਰ ਚੀਜ਼ ਹੈ। ਉਹ ਜੇ ਪ੍ਰਾਪਤ ਹੋ ਜੇ ਤਾਂ ਉਹ ਪਿਛਲੇ ਸੰਸਕਾਰਾਂ ਦੇ ਉੱਤੇ ਗੁਰੂ ਦੀ ਨਜ਼ਰ ਜਿਹੜੀ ਹੈ ਉਹ ਬਹੁਤ ਕੁਛ, ਕਈ ਗੱਲਾਂ ਤੇ ਡਿਪੈਂਡ ਕਰਦੀ ਹੈ। ਪਰਮਾਤਮਾ ਦੀ ਵੀ ਉੱਪਰੋਂ ਹਰੀ ਝੰਡੀ ਹੋਵੇ, ਗੁਰੂ ਮਿਲ ਜੇ। ਹੁਣ ਗੁਰਬਾਣੀ ਆਪਾਂ ਸਾਰਾ ਹੀ ਸੰਸਾਰ ਪੜ੍ਹਦਾ, ਬਹੁਤ ਅੱਛੀ ਗੱਲ ਹੈ, ਪਰ ਗੁਰਬਾਣੀ ਮਿਲੀ ਹੋਈ ਕਿੰਨਿਆਂ ਨੂੰ ਹੈ, ਇਹ ਬਹੁਤ ਗੁੰਝਲ ਗੱਲ ਹੈ। ਦੇਖੋ, ਗੁਰਬਾਣੀ ਦੀ ਵਿਚਾਰ ਐਕਸੋਟੈਰਿਕ ਹੈ, ਪੜ੍ਹਨਾ ਐਕਸੋਟੈਰਿਕ ਹੈ, ਸੁਣਨਾ ਵੀ ਐਕਸੋਟੈਰਿਕ ਹੈ। ਕੋਈ ਵੀ ਬੰਦਾ ਪੜ੍ਹ ਸੁਣ ਵਿਚਾਰ ਸਕਦਾ ਗੁਰਬਾਣੀ ਨੂੰ, ਕੋਈ ਰੁਕਾਵਟ ਨਹੀਂ ਹੈ। ਅੱਛਾ ਕਰਮ ਹੈ, ਪਰ ਸਭ ਤੋਂ ਅੱਛਾ ਕਰਮ ਕਿਹੜਾ? ਉਹ ਫਿਰ ਈਸੋਟੈਰਿਕ ਹੈ, ਗੁਰਬਾਣੀ ਦੀ ਬਖਸ਼ਿਸ਼। ਉਹ ਕਿਹਦੇ ਤੇ ਹੁੰਦੀ ਹੈ, ਕਿੰਨੇ ਬੰਦਿਆਂ ਤੇ ਹੁੰਦੀ ਹੈ, ਕਦੋਂ ਹੁੰਦੀ ਹੈ, ਇਹ ਉਹਦਾ ਡੋਮੇਨ ਹੈ। ਇਹ ਸਾਡੇ ਵੱਸ ਦੀ ਗੱਲ ਨਹੀਂ। ਕਦੋਂ ਕਿਸੇ ਪਰ ਵਰਸਣਾ ਨਹੀਂ ਵਰਸਣਾ, ਇਹ ਉਹਦਾ ਡੋਮੇਨ ਹੈ। ਇੱਥੇ ਫਿਰ ਹਉਮੈ ਝੜਦੀ ਹੈ ਬੰਦੇ ਦੀ, ਜੇ ਸਮਝ ਆ ਜਾਏ ਇਸ ਤਰ੍ਹਾਂ ਦੀ ਗੱਲ। ਜੇ ਇਹ ਗੱਲ ਨਹੀਂ ਸਮਝ ਆਈ ਤਾਂ ਫਿਰ ਬੰਦਾ ਸਮਝਦਾ ਵੀ ਮੈਂ ਪੜ੍ਹ ਸੁਣ ਲਈ ਗੁਰਬਾਣੀ ਇੱਕ ਦੋ ਵਾਰ, ਬਸ ਹੁਣ ਠੀਕ ਹੈ, ਹੋਰ ਕਿਆ ਕਰਨਾ। ਨਾਮ ਦੀ ਗੱਲ ਹੀ ਨਹੀਂ ਚੱਲਦੀ ਉਹਦੇ ਅੰਦਰ। ਜਿਹੜਾ ਬਾਰੰਬਾਰ ਪ੍ਰਭ ਜਪੀ ਵਾਲੀ ਗੱਲ ਹੈ ਉਹ ਆਉਂਦੀ ਉਹ ਨਹੀਂ ਅੰਦਰ। ਭਾਈ ਦਲਜੀਤ ਸਿੰਘ ਜੀ ਨਾਲ ਪੂਰੀ ਸਹਿਮਤੀ ਹੈ ਇਸ ਗੱਲ ਦੇ ਉੱਤੇ। ਭਾਈ ਦਲਜੀਤ ਸਿੰਘ ਕਿਹਾ ਇਹ ਤਾਂ ਗੁਰਬਾਣੀ ਦਾ ਥਾਟ ਹੈ, ਨਾਮ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੋ ਰਿਹਾ, ਸਿਮਰਨ ਤੋਂ ਬਿਨਾਂ। ਪੜ੍ਹਨੀ ਸੁਣਨੀ ਅੱਛੀ ਗੱਲ ਹੈ, ਪੜ੍ਹਨਾ ਸੁਣਨਾ ਕੋਈ ਬੁਰਾਈ ਵਾਲੀ ਗੱਲ ਥੋੜ੍ਹੀ ਹੈ। ਗੁਰਬਾਣੀ ਦਾ ਪੜ੍ਹਨਾ ਸੁਣਨਾ ਤਾਂ ਬਹੁਤ ਨੇਕ ਕਰਮ ਹੈ, ਪਰ ਸਭ ਤੋਂ ਨੇਕ ਕੰਮ ਹੈ ਨਾਮ ਦਾ ਪੈਦਾ ਹੋ ਜਾਣਾ, ਜਿਹੜਾ ਕਿ ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਠੀਕ ਹੈ ਵੀ ਜੇ ਇੱਕ ਕਦਮ ਜਾਵਾਂਗੇ ਗੁਰੂ ਵੱਲ ਨੂੰ ਤਾਂ 1000 ਕਦਮ, ਲੱਖਾਂ ਕਰੋੜਾਂ ਕਦਮ ਸਾਡੇ ਵੱਲ ਆਊਗਾ। ਤਾਂ ਉਹੀ ਮਕਸਦ ਹੈ ਸਾਡੇ ਗੁਰਬਾਣੀ ਪੜ੍ਹਨ ਸੁਣਨ ਔਰ ਵਿਚਾਰਨ ਦਾ। ਇੱਕ ਕਦਮ ਉੱਧਰ ਨੂੰ ਚੱਲੀਏ ਤਾਂ ਸਹੀ। ਹਉਮੈ ਪਰ ਸੱਟ ਤਾਂ ਵੱਜੇ, ਗਿਆਨ ਦੇ ਹਥਿਆਰ ਨਾਲ, ਗੁਰਬਾਣੀ ਨਾਲ ਸਾਡੇ ਮਨ ਪਰ ਸੱਟ ਤਾਂ ਵੱਜੇ। ਸਾਨੂੰ ਸਮਝ ਤਾਂ ਆਵੇ ਵੀ ਆਈ ਐਮ ਐਨ ਈਗੋ। ਪਤਾ ਤਾਂ ਲੱਗਿਆ ਨਹੀਂ ਬੰਦੇ ਨੂੰ, ਪਤਾ ਹੀ ਨਹੀਂ ਵੀ ਮੈਂ ਈਗੋ 'ਚ। ਦੂਜਿਆਂ ਨੂੰ ਤਾਂ ਸਮਝਦਾ, ਆਪਣੇ ਆਪ ਨੂੰ ਨਹੀਂ ਸਮਝਦਾ। ਔਰ ਕਈ ਦਫਾ ਇਹ ਬਹੁਤ ਬਰੀਕ ਰੂਪ ਧਾਰਨ ਕਰ ਜਾਂਦੀ ਹੈ ਹਉਮੈ। ਧਾਰਮਿਕ ਕੰਮਾਂ ਚੋਂ, ਰੱਬ ਦੇ ਨਾਂ ਚੋਂ, ਸੇਵਾ ਚੋਂ ਵੀ ਇਹੀ ਨਿਕਲਦੀ, ਉਪਜਦੀ ਹੈ, ਲੁਪਤ ਹੁੰਦੀ ਹੈ, ਥੋੜ੍ਹੀ ਥੋੜ੍ਹੀ ਅੰਦਰ ਸੂਖਮ ਹੁੰਦੀ ਹੈ। ਉਹ ਹੋਰ ਵੀ ਭੈੜੀ ਹੈ। ਬਸ ਮਹਾਰਾਜ ਬਚਾ ਲਵੇ, ਹੱਥ ਖੜੇ ਕਰਕੇ ਹੀ ਸਰ ਸਕਦਾ ਇਸ ਗੱਲ 'ਚ। ਜੇ ਕਿਸੇ ਨੇ ਉੱਧਰ ਨੂੰ ਤੁਰਨਾ ਹੈ, ਦੁਨੀਆਦਾਰੀ ਵਾਲੀਆਂ ਗੱਲਾਂ ਹੋਰ ਹੈ, ਉਹ ਤਾਂ ਸਾਰੇ ਜਿੰਨੇ ਵੀ ਵਿਚਾਰਕ ਅਸੀਂ ਕਰਦੇ ਹੀ ਹਾਂ, ਜਿੰਨੇ ਵੀ ਕਥਾਵਾਚਕ ਹੈ ਜਾਂ ਕੀਰਤਨੀ ਹੈ, ਇਹ ਥੋੜ੍ਹਾ ਵੀ ਉਹ ਰੱਬ ਨੂੰ ਮਿਲ ਚੁੱਕੇ ਹੈ ਜਾਂ ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ। ਨੋ, ਬਹੁਤ ਵਿਰਲਾ ਹੁੰਦਾ। ਕਰਮ ਅੱਛਾ ਹੈ, ਕਰਮ ਬੁਰਾ ਨਹੀਂ ਹੈ, ਪਰ ਉਹ ਹਰ ਇੱਕ ਕਰਮ ਦਾ ਆਪਣਾ ਆਪਣਾ ਮਹਾਤਮ ਹੈ। ਸ਼ਬਦ ਤੋਂ ਨਾਮ ਪੈਦਾ ਹੋਣਾ, ਨਾਮ ਦੇ ਨਾਲ ਅਸੀਂ ਨਿਖਾਰੇ ਜਾਣਾ। ਫੇਰ ਸਮਝ ਆਊਗੀ ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਜਦ ਉਹਦੇ ਤੇ ਡਿਵੈਲ ਕਰਾਂਗੇ, ਬਾਰ ਬਾਰ ਉਹਦੇ ਤੇ ਉਹਦੀ ਚੋਟ ਮਰਾਵਾਂਗੇ ਆਪਣੀ ਮੱਤ ਪਰ, ਮਨ ਪਰ, ਫੇਰ ਸਾਨੂੰ ਸਮਝ ਪੈਣੀ ਹੈ ਵੀ ਬੱਲੇ ਬੱਲੇ ਜੋ ਕੁਛ ਮੈਂ ਹੁਣ ਤਾਈਂ ਕਰਦਾ ਆ ਰਿਹਾ ਇਹ ਤਾਂ ਦੂਜਾ ਹੈ ਸਾਰਾ ਹੀ। ਫਿਰ ਇਹ ਸਾਰਾ ਬਿਨਸ ਜਾਏਗਾ ਜੇ ਉਹਦੇ ਉੱਤੇ ਮਨ ਦੀ ਟੇਕ ਆ ਗਈ, ਸਿਮਰਨ ਚੱਲ ਪਿਆ। ਪਰ ਇਹ ਬਖਸ਼ਿਸ਼ ਉਹਦੀ ਹੈ। ਚਲੋ ਦੋ ਆ ਗਿਆ, ਕੋਈ ਅਪਸ਼ਬਦ ਗਲਤ ਬਿਆਨੀ ਦੀ ਮਾਫੀ ਦੀ ਯਾਚਨਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।